7ਵੀਂ ਪੌੜੀ ਦਾ ਪਹਿਲਾ ਸਲੋਕ ਆਪਾਂ ਵਿਚਾਰ ਰਹੇ ਹਾਂ, ਜਿਸ ਵਿੱਚ ਆਪਾਂ ਕੱਲ ਤੱਕ ਵਿਚਾਰ ਕੀਤੀ ਸੀ। ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ। ਇੱਥੋਂ ਹੀ ਆਪਾਂ ਅੱਜ ਕੰਟੀਨਿਊ ਕਰਦੇ ਹਾਂ। ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ। ਹਾਂ ਵਿੱਚ ਰੋਵੈ, ਇਹ ਜਿਹੜਾ ਜੀਵ ਹੈ, ਹੁਣ ਗੱਲ ਚੱਲ ਰਹੀ ਹੈ ਹਉਂ ਦੀ, ਵੀ ਹਉਂ ਦਾ ਇਹਨੂੰ ਰੋਗ ਲੱਗਿਆ ਹੋਇਆ, ਹਉਂ ਕਰਕੇ ਇਹ ਸੰਸਾਰ ਚ ਆਇਆ, ਹਉਂ ਕਰਕੇ ਸੰਸਾਰ ਚੋਂ ਚਲਾ ਜਾਂਦਾ ਹੈ। ਸਾਰੇ ਇਹ ਆਪਣੇ ਜੀਵਨ ਦੀ ਕਹਾਣੀ ਹਉਂ ਕਰਕੇ ਵਿਗਾੜਦਾ। ਹੁਣ ਕਹਿੰਦੇ ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ। ਇਹਦਾ ਹੱਸਣਾ, ਇਹਦਾ ਰੋਣਾ ਪਿੱਛੇ ਹਉਂ ਕੰਮ ਕਰ ਰਹੀ ਹੈ। ਕਿਤੇ ਨਾ ਕਿਤੇ ਹੰਕਾਰ ਸੂਖਸ਼ਮ ਰੂਪ ਚ ਅੰਦਰ ਬੈਠਾ ਹੈ। ਮੈਂ ਮੇਰੀ ਜੁੜੀ ਹੋਈ ਹੈ। ਕੁਛ ਮਿਲ ਜਾਏ ਹੱਸਦਾ, ਚਲਾ ਜਾਏ ਰੋਂਦਾ, ਵਾਧਾ ਪੈ ਜਾਏ ਖੁਸ਼ ਹੁੰਦਾ, ਘਾਟਾ ਪੈ ਜਾਏ ਰੋਂਦਾ। ਕਿਉਂ? ਪਿੱਛੇ ਮੈਂ ਜੁੜੀ ਹੋਈ, ਮੈਨੂੰ ਘਾਟਾ ਪੈ ਗਿਆ, ਮੇਰਾ ਨੁਕਸਾਨ ਹੋ ਗਿਆ, ਮੇਰੀ ਵਸਤੂ ਖੋ ਗਈ, ਜਾਂ ਮੈਨੂੰ ਕੁਝ ਮਿਲ ਗਿਆ, ਮੈਂ ਵਧਾ ਲਿਆ, ਮੈਂ ਵੱਡਾ ਹੋ ਗਿਆ, ਮੈਂ ਕੁਛ ਪ੍ਰਾਪਤ ਕੀਤਾ। ਗੁਰੂ ਸਾਹਿਬ ਦੇ ਪਿੱਛੇ ਭਾਵਨਾ ਦੇ ਵਿੱਚ ਹਉਂ ਦੋਨੋਂ ਪਾਸੇ ਬੈਠੀ। ਹੱਸਣਾ ਤੇ ਰੋਣਾ ਇਹਨਾਂ ਦੀ ਕੋਈ ਗੱਲ ਨਹੀਂ, ਭਾਵੇਂ ਹੱਸੋ ਭਾਵੇਂ ਰੋਵੋ, ਪਰ ਉਹ ਕਹਿੰਦੇ ਜਿਹੜੇ ਵਿੱਚ ਹਉਂ ਹੈ ਨਾ, ਇਹ ਨਹੀਂ ਹੋਣੀ ਚਾਹੀਦੀ। ਉਹ ਹੱਸਣਾ ਤੇ ਰੋਣਾ ਗੁਰਬਾਣੀ ਵਿੱਚ ਭਗਤੀ ਨਾਲ ਜੋੜ ਕੇ ਵੀ ਆਇਆ, ਜਿਵੇਂ ਕਿ ਹਰ ਜਨ ਗੁਣ ਗਾਵਤ ਹੱਸਿਆ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਰੱਬ ਦਾ ਭਗਤ ਹੱਸਦਾ ਉਹ ਵੀ ਹੈ, ਪਰ ਉਹ ਸਾਡੇ ਵਾਂਗੂ ਸੰਸਾਰੀ ਜੀਵਾਂ ਵਾਂਗੂ ਮਾਇਆ ਦਾ ਹਾਸਾ ਨਹੀਂ ਹੱਸਦਾ, ਕਿਸੇ ਨੂੰ ਰੁਆ ਕੇ ਨਹੀਂ ਹੱਸਦਾ, ਕਿਸੇ ਦੀ ਬੇਇੱਜ਼ਤੀ ਕਰਕੇ ਨਹੀਂ ਹੱਸਦਾ, ਕਿਸੇ ਡਿੱਗੇ ਹੋਏ ਤੋਂ ਨਹੀਂ ਹੱਸਦਾ, ਕਿਸੇ ਦੇ ਭਾਟੇ ਕੱਪੜਿਆਂ ਤੋਂ ਨਹੀਂ ਹੱਸਦਾ, ਕਿਸੇ ਦੀ ਗਰੀਬੀ ਤੋਂ ਨਹੀਂ ਹੱਸਦਾ, ਕੁਛ ਮਾਇਆ ਦੀ ਪ੍ਰਾਪਤੀ ਹੋਵੇ ਉਹ ਤੋਂ ਨਹੀਂ ਹੱਸਦਾ। ਉਹ ਕਦੋਂ ਹੱਸਦਾ? ਜਦੋਂ ਉਹਨੂੰ ਕੁਝ ਪ੍ਰਾਪਤ ਹੁੰਦਾ, ਰੱਬ ਦਾ ਨਾਮ, ਗੁਣ ਮਿਲਦੇ ਨੇ, ਉਹਦੀ ਭਗਤੀ ਮਿਲਦੀ ਹੈ, ਉਹਦੀ ਭਗਤੀ ਕਰਦਾ ਤੇ ਫਿਰ ਹੱਸਦਾ, ਉਹਦੇ ਨਾਲ ਜੁੜਦਾ ਤੇ ਫਿਰ ਹੱਸਦਾ, ਉਹਦੇ ਰੰਗ ਵੇਖਦਾ ਤਾਂ ਹੱਸਦਾ। ਉਹਦੇ ਹਾਸੇ ਵਿੱਚ ਹਉਂ ਨਹੀਂ ਹੁੰਦੀ ਤੇ ਮੈਲ ਨਹੀਂ ਹੁੰਦੀ। ਸਾਡੇ ਆਮ ਬੰਦਿਆਂ ਦੇ ਹਾਸੇ ਵਿੱਚ ਮੈਲ ਹੁੰਦੀ ਹੈ। ਜਦੋਂ ਅਸੀਂ ਕਿਸੇ ਦਾ ਮਜ਼ਾਕ ਉਡਾ ਕੇ, ਕਿਸੇ ਨੂੰ ਬੇਪਤ ਕਰਕੇ, ਕਿਸੇ ਡਿੱਗੇ ਹੋਏ ਤੇ, ਕਿਸੇ ਦੇ ਨੁਕਸਾਨ ਤੇ ਹੱਸਦੇ ਹਾਂ, ਉਹ ਹਾਸਾ ਮੈਲਾ ਮੰਨਿਆ ਗਿਆ, ਉਹ ਚੰਗਾ ਹਾਸਾ ਨਹੀਂ ਹੈ, ਧਰਮ ਦਾ ਹਾਸਾ ਨਹੀਂ ਹੈ। ਅਸੀਂ ਹੱਸਦੇ ਹਾਂ, ਹਉਂ ਵਿੱਚ ਹੱਸਦਾ, ਤੇ ਜਿਹੜਾ ਹਉਂ ਵਿੱਚ ਹੱਸਦਾ ਫਿਰ ਉਹ ਹਉਂ ਵਿੱਚ ਕੀ ਹੈ? ਹਉਂ ਵਿੱਚ ਰੋਣਾ ਵੀ ਪੈਂਦਾ। ਸਾਡੇ ਹਾਸੇ ਦੇ ਵਿੱਚ ਰੋਣਾ ਵੀ ਛਿਪਿਆ। ਦੇਖੋ ਸਿਆਣੇ ਕਹਿੰਦੇ ਨੇ ਕੋਈ ਹਾਸਾ ਐਸਾ ਨਹੀਂ ਜਿਸ ਵਿੱਚ ਰੋਣਾ ਨਾ ਹੋਵੇ, ਪਿੱਛੇ ਰੋਣਾ ਖੜਾ। ਕੋਈ ਜਨਮ ਐਸਾ ਨਹੀਂ ਜਿਹਦੇ ਪਿੱਛੇ ਮੌਤ ਨਾ ਹੋਵੇ। ਕਿਉਂ? ਕਾਰਨ ਹਉਂ ਹੈ, ਤੇ ਹਉਂ ਵਿਚਲੇ ਨੂੰ ਫਿਰ ਰੋਣਾ ਵੀ ਪੈਂਦਾ। ਇਸ ਕਰਕੇ ਮਾਇਆ ਦੇ ਵਿੱਚ ਬਹੁਤਾ ਹੱਸਣਾ ਵੀ ਚੰਗਾ ਨਹੀਂ ਹੁੰਦਾ। ਆਪਾਂ ਦੇਖਦੇ ਕਿ ਨਾ, ਨਿੱਕੀ ਜਿਹੀ ਗੱਲ ਆਮ ਤੌਰ ਤੇ ਘਰਾਂ 'ਚ ਮਾਵਾਂ ਪਹਿਲੇ ਟਾਈਮਾਂ 'ਚ ਸੁਣਿਆ, ਹੁਣ ਤੇ ਪਤਾ ਨਹੀਂ, ਬਹੁਤਾ ਬੱਚਾ ਹੱਸਦਾ ਹੁੰਦਾ ਸੀ ਨਾ, ਬਹੁਤਾ ਹੱਸੀ ਜਾਣਾ, ਬਿਨਾਂ ਗੱਲ ਤੋਂ ਹੱਸੀ ਜਾਣਾ। ਉਦੋਂ ਕਹਿ ਦਿੰਦੇ ਸਨ ਬਹੁਤਾ ਨਾ ਹੱਸ, ਫਿਰ ਉਹਨਾਂ ਰੋਣਾ ਵੀ ਪੈ, ਉਹਨਾਂ ਹੀ ਰੋਵੇਗਾ, ਤੇ ਜ਼ਿਆਦਾ ਹੱਸੇਗਾ ਜ਼ਿਆਦਾ ਰੋਵੇਗਾ ਵੀ। ਸੰਸਾਰ ਦੇ ਹਾਸੇ ਸਾਨੂੰ ਰਵਾਉਂਦੇ ਜ਼ਰੂਰ ਨੇ, ਪਰ ਜਿਹੜਾ ਧਰਮ ਦਾ ਹਾਸਾ ਹੈ, ਭਗਤ ਦਾ ਹਾਸਾ ਹੈ, ਗੁਰਮੁਖ ਪਿਆਰਿਆਂ ਦਾ ਹਾਸਾ ਹੈ, ਪਹਿਲੀ ਗੱਲ ਤਾਂ ਮਾਇਆ ਵਾਲਾ ਨਹੀਂ ਹੁੰਦਾ, ਤੇ ਉਹਨਾਂ ਦੇ ਹੱਸਣ ਅਤੇ ਰੋਣ ਵਿੱਚ ਫਰਕ ਹੁੰਦਾ ਹੈ। ਤੇ ਸਾਡੇ ਵਾਂਗੂ ਸੰਸਾਰੀ ਹਾਸੇ, ਦੁਨਿਆਵੀ ਹਾਸੇ ਨਹੀਂ ਹੱਸਦੇ, ਹਨਾ। ਤੇ ਇਸੇ ਤਰ੍ਹਾਂ ਸਾਡੇ ਵਾਂਗੂ ਫਿਰ ਰੋਂਦੇ ਵੀ ਨਹੀਂ ਹੈ। ਜਿਵੇਂ ਸਾਡਾ ਪਿਆ ਨਾ, ਜਬ ਕੁਛ ਪਾਇਆ ਤਬ ਗਰਭ ਕਰਤਾ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਉਹ ਮਾਇਆ ਕਰਕੇ ਨਹੀਂ ਰੋਂਦੇ, ਉਹ ਸੰਸਾਰ ਕਰਕੇ ਨਹੀਂ ਰੋਂਦੇ, ਸਰੀਰ ਕਰਕੇ ਨਹੀਂ ਰੋਂਦੇ, ਉਹ ਦੁਨਿਆਵੀ ਘਾਟਿਆਂ ਕਰਕੇ ਨਹੀਂ ਰੋਂਦੇ, ਚੀਜ਼ਾਂ ਦੇ ਖੋਣ ਤੇ ਨਹੀਂ ਰੋਂਦੇ। ਉਹਨਾਂ ਦਾ ਰੋਣਾ ਵੀ ਹੋ ਰਿਹਾ। ਉਹ ਉਦੋਂ ਰੋਂਦੇ ਨੇ ਜਦੋਂ ਰੱਬ ਦੀ ਯਾਦ ਵਿਸਰਦੀ ਹੈ। ਉਹ ਰੋਂਦੇ ਨੇ ਆਪਣੇ ਔਗਣਾਂ ਨੂੰ ਦੇਖ ਕੇ, ਆਪਣੇ ਅਗਿਆਨ ਨੂੰ ਦੇਖ ਕੇ, ਆਪਣੇ ਤੋਂ ਪਈ ਹੋਈ ਦੂਰੀ ਵਿਛੋੜੇ ਨੂੰ ਵੇਖ ਕੇ ਉਤਾਰ ਰੋਂਦੇ ਨੇ, ਜਦ ਉਹ ਰੰਗ ਵਿੱਚ ਰੋਂਦੇ ਨੇ। ਅਸਾ ਫਰਕ ਹੈ, ਉਹ ਰੰਗ ਤੋਂ ਹੱਸਦੇ ਨੇ, ਰੰਗ ਤੋਂ ਰੋਂਦੇ ਨੇ। ਆਪਾਂ ਹਾਸਾ ਕੀ ਵਾਰ ਚੱਡੇ ਜਾ ਕਹੇਗਾ
अंदर झूठे पैर बाहर दुनिया अंदर फैल, अरशद तीर्थ जे ना वरतरा ना ही मैल, जिन पट अद्दर बाहर गुदर ते भले संसार, ते नेर लगा रब सेती देखने विचार। उत्थे आंदा फिर रंग हस्सा रंग रोवे चुप भी कर जाए। तो रंग च हसदे ने रंग च रोंदे ने ते चुप भी कर जाते हैं, बोलते नहीं, कोई बोल ही नहीं बोलते, ना माया का ना संसार का ना दुनिया का, कोई बोल नहीं बोलते, चुप ही कर जाते हैं, मौन धार लेंगे ने। उन्होंने चुप करना भी माया वालों चुप कर जाते, संसारी साडे वांगू खप खाने वाले बोल नहीं बोलते, जबान बोलती है पर मिठे बोल बोलती है, सच के बोल बोलते हैं, गुण बोलते हैं, उस्तत बोलते हैं। ये बोली का भी फर्क पै जाता है, साडी बोली भी हो रहा है, उन्होंने बोली हो रहा है। तो हम कहते हौ विच हस्सा हौ विच रोवा है, हौ विच भरी है हौ विच धोवा है। भरी है की भरी है, जिहड़ी साडी मत भरी हुई है, ਇਹਦੇ ਵਿੱਚ कुछ भरदा है, की भरदे ने, पाप भरदे ने, अज्ञान भरदा है, हंकार भरदा है, अवगण भरदे ने, जिवें असीं पढ़दे ना भरी है मत पापां कै संग, ਉਹ ਧੋਤਾ ਨਾਵੇਂ कै रंग। ਹੁਣ ਇਸ ਅਗਿਆਨਤਾ ਨਾਲ ਹੰਕਾਰ ਨਾਲ ਪਾਪਾਂ ਨਾਲ ਭਰੀ ਹੋਈ ਮੱਤ ਨੂੰ ਧੋਣਾ ਤੇ ਨਾਮ ਵਿੱਚ ਅਸੀਂ ਕੀ ਕਰਦੇ ਹਾਂ, ਕਹਿੰਦੇ ਹੌ ਵਿੱਚ ਧੋਵੇ। ਹੌ ਨਾਲ ਤੇ ਭਰੀ ਹੋਈ ਹੈ ਤੇ ਹੌ ਨਾਲ ਕਿਵੇਂ ਧੋ ਲਾਂਗੇ। ਜਿਹੜੇ ਕਾਰਨ ਕਰਕੇ ਰੋਗ ਲੱਗਿਆ ਉਸ ਕਾਰਨ ਨਾਲ ਰੋਗ ਦੂਰ ਨਹੀਂ ਕੀਤਾ ਜਾ ਸਕਦਾ, ਉਹਦੇ ਵਾਸਤੇ ਦਵਾਈ ਵੀ ਵਰਤਣੀ ਪਏਗੀ। ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗਿਆ ਮਤ ਗਈ, ਕਹਿੰਦੇ ਬੇੜੀ ਪਾਪਾਂ ਨਾਲ ਭਰੀ ਹੈ ਸਾਡੀ, ਕਿਵੇਂ ਧੋਵਾ। ਅਸੀਂ ਧੋਨੇ ਹੌ ਵਿੱਚ ਕਿਉਂ ਵੀ ਮੈਂ ਤੀਰਥ ਕਰਕੇ ਆਇਆ, ਮੈਂ ਤਾਂ ਦਾਨ ਦੇ ਕੇ ਆਇਆ, ਮੈਂ ਤੇ ਬੜੇ ਪਾਠ ਕੀਤੇ ਨੇ, ਮੈਂ ਤਾਂ ਸਵੇਰੇ ਉੱਠਦਾ, ਮੈਂ ਤੇ ਮੋਢੀ ਹਾਂ, ਮੈਂ ਤੇ ਰੋਜ਼ਾਨਾ ਵਾਲਾ, ਮੈਂ ਨਿਤਨੇਮੀ ਹਾਂ, ਮੈਂ ਅੰਮ੍ਰਿਤਧਾਰੀ ਹਾਂ, ਮੈਂ ਖਾਲਸਾ, मैं फलानी संस्था का जथेदार हाँ, मैं ਉਹਦਾ मैंबर हाँ, ਉਹਦਾ ਮੋਢੀ हाँ। ਅਸੀਂ ਐ नहीं करते सी, आह नहीं करते सी, ਉਹ नहीं करते सी, ਐ रहने ਅਸੀਂ ਐ रहने, ਇੱਥੇ ਫੇਰ ਹੋਂ खड़ी है। महाराज कहते तेरे तो हर कर्म ਵਿੱਚ ਹੋਂ खड़ी है। ਧੋਣਾ ਕਾਹਦੇ ਨਾਲ ਸੀ ਫਿਰ, ਉਹ ਕਹਿੰਦੇ ਹੋਂ ਵਿੱਚ ਧੋਵੇ, ਤੂੰ ਤੇ ਹੋਂ ਵਿੱਚ ਧੋ ਰਿਹਾ, ਹਮਲਾ ਵਿੱਚ ਧੋ ਰਿਹਾ, ਹੱਦ ਹੋ ਗਈ। ਸਾਬਣ ਨਾਲ ਧੋਈ ਜਾਂਦੀ ਹੈ, ਅਸੀਂ ਮੈਲ ਧੋਣ ਲੱਗੇ ਹੋਏ ਹਾਂ। ਇਸ ਕਰਕੇ ਇਸ ਅਗਿਆਨਤਾ ਹੰਕਾਰ ਔਗਣਾ ਤੇ ਵਿਕਾਰਾਂ ਨਾਲ ਭਰੀ ਹੋਈ ਮੱਤ ਨੂੰ ਨਾਮ ਨਾਲ ਧੋਣਾ ਪਏਗਾ। ਉਹ ਧੋਤਾ ਨਾਵੇਂ ਕੈ ਰੰਗ, ਪਰ ਚੱਲ ਕੀ ਰਿਹਾ, ਹੌ ਵਿੱਚ ਭਰੀ ਹੋਈ ਨੂੰ ਹੌ ਵਿੱਚ ਧੋਵੇ। ਤੇ ਕਹਿੰਦੇ ਧੋਂਦਾ ਤੇ ਹੌ ਵਿੱਚ ਹੀ ਧੋਂਦਾ। ਸਾਨੂੰ ਕਿਹਾ ਸੀ कर्म करत होवे नेह कर्म, ਅਸੀਂ कर्म करते हुए नेह कर्म होना सी, भाव कर्म ਦੀ ਭਾਵਨਾ ਤੋਂ ਹੋਣ ਦੀ ਭਾਵਨਾ ਤੋਂ ਉੱਪਰ ਉੱਠਣਾ ਸੀ। कर्म करत होवे नेह कर्म, ਜਾਂ ਸੇਵਾ ਕਰਤ ਹੋਏ नेह कामी, ਨਾ ਅਸੀਂ नेह कामी ਹੋਏ ਨਾ ਅਸੀਂ नेह कर्म ਹੈ। ਅਸੀਂ कर्म ਨਾਲ ਕਰਤਾ ਭਾਵ ਖੁਦ ਜੋੜਦੇ ਹਾਂ, ਮੈਂ ਕਰਤਾ ਬਣ ਜਾਣਾ। कर्म करते हुए नाल मैं जुड़दे हाँ, करता भाव साडे अंदर जन्म लैंदा नाल कर्म दे। वो करता भाव है जिहड़ा कर्म भाव है वही हंकार है, मैं करदा, मैं कीता, मैं करांगा, मैं ही कर सकदा। ये जिहड़ा भाव है ये सानू स्वामी तो दूर बनाउंदा, दूरी पाउंदा साडे च। इहदे नाल मत भरदी है, होर काहदे नाल भरदी है। हौं विच रोवे तां ही कहंदे रोना पैंदा। ਹੁਣ ਧੋਵੇ, ਤੂੰ ਧੋ ਰਿਹਾ ਸੀ ਪਰ ਹੌਂ ਵਿੱਚ ਧੋ ਰਿਹਾ ਸੀ, ਧੋ ਤਾਂ ਰਿਹਾ ਮਤ, ਕਰਮ ਤਾਂ ਕਰਦਾ ਧਰਮ ਦਾ, ਪਾਠ ਪੂਜਾ ਵੀ ਕਰ ਲੈਂਦਾ, ਧੂ ਬੱਤੀ ਵੀ ਲਾ ਲੈਂਦਾ, ਸਵੇਰ ਸ਼ਾਮ ਮੰਦਰ ਮਸਜਿਦ ਗੁਰਦੁਆਰੇ ਵੀ ਜਾ ਆਉਂਦਾ, ਪਰ ਨਾਲ ਦੇ ਪਿੱਛੇ ਹਉਮੈ ਦੀ ਨਾਲ ਵੀ ਲੈ ਜਾਂਦਾ। ਇਸ ਤਰ੍ਹਾਂ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਹਉ ਵਿੱਚ ਭਰੀ ਹੈ, ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਨਸੀ ਖੋਵੇ। जाति जिनसी की है, ਹੁਣ ਜਾਤੀ ਜਿਨਸੀ ਕੀ ਹੁੰਦਾ, ਟੀਕਿਆਂ ਵਿੱਚ ਤੇ ਇਹਨਾਂ ਨੇ ਅਰਥ ਕਰਿਆ ਜਾਤ ਪਾਤ। ਜਾਤ ਪਾਤ ਦਾ ਭਰਤ ਨਹੀਂ, ਜਿਨਸ ਦਾ ਅਰਥ ਪਾਤ ਨਹੀਂ ਹੁੰਦਾ। ਜਾਤੀ ਹੈ, ਜਾਤੀ ਹੁੰਦੀ ਹੈ, ਜਾਤ ਹੁੰਦੀ ਹੈ ਸਾਡਾ ਸਰੀਰ ਜਿਹੜਾ ਦਿਸਦਾ ਹੈ, ਜਾਤ ਹੁੰਦੀ ਹੈ ਪਿੰਡ, ਜਿਨਸ ਹੁੰਦੀ ਹੈ ਜੀ, ਬੀਜ, ਸੀਡ, ਜਿਹੜਾ
बीज है, किहड़ी सीड है, किहड़ी जिनस है। आ फसल नूं जिनसां नहीं कहंदे, फसल नूं जिनस जिनस दा बीज किहड़ी फसल दा जिनस बीजी है, बीज बीजे है, ਉਹਦੇ ਵਿੱਚ ਜੋ ਪੈਦਾ ਹੁੰਦਾ ਉਹ ਜਾਤ ਹੁੰਦੀ ਹੈ, ਉਹਦੀ ਦਰਖਤ ਜਾਤ ਹੈ। ਜਾਤੀ ਜਿਨਸੀ ਜੀਓ ਤੇ ਜੀਵ ਦੋਨੇ ਆ ਗਏ ਹੁਣ ਉਰੇ। ਹੌਂ ਵਿੱਚ ਜਾਤੀ ਜਿਨਸੀ ਖੋਵੇ, ਇਹ ਦੋਨੇ ਵੀ ਖੋਏ ਹੋਏ ਨੇ। ਜਾਤ ਤੇ ਜਿਨਸ ਵੀ ਹੌਂ ਵਿੱਚ ਖੋਏ ਹੋਏ ਨੇ। ਸਰੀਰ ਵੀ ਹੌਂ ਚ ਗਵਾਚਿਆ ਹੋਇਆ, ਜੀਵ ਵੀ ਹੌਂ ਚ ਗਵਾਚਿਆ ਹੋਇਆ। ਬਲਕਿ ਜੀਵ ਨੂੰ ਹੌਂ ਕਾਹਦੀ ਹੈ, ਜਿਨਸ ਨੂੰ ਹੌਂ ਕਿਹੜੀ ਹੈ, ਜੀਵ ਦੀ ਇਹਦੀ ਜਾਤ ਦੀ ਜਿਨਸ ਹੈ, ਹੌਂ ਹੈ। ਜਾਤ ਦਾ ਹੀ ਹੰਕਾਰ ਹੈ ਸਾਨੂੰ, ਜਾਤ ਕਰਕੇ ਹੰਕਾਰ ਜੁੜਦਾ ਹੈ। ਆਪਣੀ ਜਾਤ ਤੋਂ ਵੀ ਪਰੇ ਨਿਰਲੇਪ ਰਹਿਣਾ ਪੈਣਾ। ਬਾਕੀ ਤਾਂ ਦੂਰੀ ਬਣਾਉਣੀ, ਆਪਣੀ ਜਾਤ ਤੋਂ ਸਰੀਰ ਤੋਂ ਵੀ ਸਾਨੂੰ ਨਿਰਲੇਪ ਹੋਣਾ ਪੈਣਾ। ਇਹਦਾ ਵੀ ਹੰਕਾਰ ਮਾਣ ਨਹੀਂ ਕਰ ਸਕਦੇ। ਉਹ ਕਹਿੰਦੇ ਇਹਦੇ ਵਿੱਚ ਦੋਵੇਂ ਖੋਏ ਹੋਏ ਨੇ। ਖੋਏ ਦਾ ਅਰਥ ਗਵਾਚੇ, ਗਵਾਚੇ ਦਾ ਅਰਥ ਕੀ ਹੈ, ਫਸੇ ਹੋਏ। ਅਸੀਂ ਕਈ ਵਾਰੀ ਕਹਿੰਦੇ ਹੁੰਦੇ ਕੋਈ ਬੰਦਾ ਬੈਠਾ ਹੋਵੇ ਨਾ, ਕੋਈ ਅਸੀਂ ਗੱਲ ਕਰਦੇ ਰਹੀਏ, ਬੰਦਾ ਕਿਤੇ ਟਿਕੀ ਟਿਕੀ ਲੱਗੇ ਹੋਰ ਪਾਸੇ, ਅਸੀਂ ਕਹਿੰਦੇ ਕਿੱਥੇ ਖੋ ਗਿਆ, ਕਿੱਥੇ ਖੋ ਗਿਆ, ਬੈਠਾ ਤੇ ਹੁਣ ਉੱਥੇ ਹੀ ਆ, ਖੋਇਆ ਤਾਂ ਕਿਤੇ ਨਹੀਂ। ਧਿਆਨ ਭਟਕ ਗਿਆ, ਦੂਰ ਚਲਾ ਗਿਆ, ਦੂਰੀ ਪੈ ਗਈ ਧਿਆਨ ਨਾਲ। ਜਾਂ ਜਿਨਸੀ ਜਾਤੀ ਇਹ ਵੀ ਖੋਏ ਹੋਏ ਨੇ, ਕਿਤੇ ਦੂਰੀ ਪੈ ਗਈ। ਜੀ ਜੰਤ ਦੇਣ ਵਾਲੇ ਤੋਂ, ਜਾਤ ਸਰੀਰ ਦੇਣ ਵਾਲੇ ਤੋਂ, ਜੀਓ ਪਿੰਡ ਸਾਜਣ ਵਾਲੇ ਤੋਂ ਦੂਰੀ ਪੈ ਗਈ। ਜਿਹੜਾ ਨਾਲ ਉਹਦੇ ਨਾਲ ਟੁੱਟੇ ਹੋਏ ਨੇ, ਖੋਏ ਹੋਏ ਨੇ। ਕਿੱਥੇ ਖੋਏ ਨੇ, ਮਾਇਆ ਚ ਖੋਏ ਹੋਏ ਨੇ। ਕਾਹਦੇ ਕਰਕੇ ਖੋਏ ਨੇ, ਹੌਂ ਕਰਕੇ ਖੋਏ ਨੇ। ਹੌਂ ਵਿੱਚ ਜਾਤੀ ਜਿਨਸੀ ਖੋ ਗਿਆ। ਕਿਹਾ ਸੀ ਜਾਤ का गर्भ ना कर मूर्ख गवारा, इस गर्भ ते चलना बहुत बिकारा। जात का गर्भ ना करे कोई दम बंदे, सो ब्राह्मण होई। जाति दे के हथ सच परखिया, जानो जोत ना पूछो जाति, आगे जात ना है। कहते जोत जाननी सी, जानो जोत ना पूछो जाति, जाति नहीं पुछदी हुंदी। शरीर केड़ा है, ਕਿਹੜੀ ਜਾਤ ਚ ਪੈਦਾ ਹੋਇਆ, ਕਿਹੜੇ ਦੇਸ਼ ਚ ਪੈਦਾ ਹੋਇਆ, ਸਰੀਰ ਕਾਲਾ ਹੈ, ਗੋਰਾ ਹੈ, ਅਮੀਰ ਹੈ, ਗਰੀਬ, ਇਹ ਤਾਂ ਜਾਤ ਨਾਲ ਸੰਬੰਧ ਹੈ। ਜੇ ਅਮੀਰੀ ਗਰੀਬੀ ਵੀ ਵੇਖਦੇ ਅਸੀਂ, ਜਾਤ ਵਾਲੀ ਵੀ ਦੇਖਦੇ ਆ ਨਾ। ਜਾਤ ਦਾ ਅਰਥ ਹੈ ਪੈਸੇ ਵਾਲੀ। ਅਮੀਰੀ ਗਰੀਬੀ ਦੇਖਣੀ ਚਾਹੀਦੀ ਹੈ ਗੁਣਾਂ ਵਾਲੀ, ਭਗਤੀ ਵਾਲੀ, ਨਾਮ ਵਾਲੀ, ਗਿਆਨ ਵਾਲੀ। ਉਹ ਅਮੀਰੀ ਗਰੀਬੀ ਕੋਈ ਵੇਖਦਾ ਹੀ ਨਹੀਂ। ਬਲਕਿ ਜਿਹਦੇ ਕੋਲ ਉਹ ਅਮੀਰੀ ਹੋਵੇ ਨਾ, ਜਿਹਦੇ ਕੋਲ ਗੁਣਾਂ ਦੀ ਅਮੀਰੀ ਹੋਵੇ, ਨਾਮ ਦੀ, ਗਿਆਨ ਦੀ, ਸੱਚ ਦੀ, ਭਗਤੀ ਦੀ, ਉਹਨੂੰ ਸੰਸਾਰ ਗਰੀਬ ਮੰਨਦਾ। ਉਹਨੂੰ ਗਰੀਬ ਮੰਨਦਾ, ਉਹਨੂੰ ਕਹਿੰਦਾ ਫਕੀਰ ਹੈ, ਕਿਤੇ ਸਾਧ ਹੈ। ਤੇ ਜਿਹਦੇ ਕੋਲ ਛਿੱਲੜਾਂ ਬਹੁਤੀਆਂ ਨੇ, ਠੀਕਰੀਆਂ ਬਹੁਤੀਆਂ ਨੇ, ਮਾਇਆ ਦੀ ਜ਼ਹਿਰ ਬਹੁਤੀ ਹੈ, ਉਹਨੂੰ ਕਹਿੰਦਾ ਅਮੀਰ ਹੈ। ਸਾਡੀ ਤੇ ਕਿਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੰਸਾਰ ਉਲਟਾ ਚੱਲਦਾ ਹੁੰਦਾ ਸੱਚ ਤੋਂ। ਹੁੰਦਾ ਨਾ ਸੱਚ ਬਾਦਸ਼ਾਹ ਝੂਠ ਬਾਦਸ਼ਾਹ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗਿਆ ਨਾ ਰਾਤੀ, ਬਾਵੇ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਅਪੂਠਾ ਬੁਣਨਾ। क्या कर रहे हैं, सीधा छड्या पुट्ठा बुनने जा रहे हैं, ताना बाना। झूठ ਨੂੰ सच ਮੰਨੀ बैठे हैं, झूठ बात सच कर जाती। ਜਿਹੜਾ सत है मन लगे, सत होवन मन लगे ना राती। राती का अर्थ है रत्ती जिन्ना भी, तिल जिन्ना थोड़ा जिहा भी वो साडे मन नूं लगदा ही नहीं। सच दे तां असीं नेड़े भी नहीं जा रहे। सच ਨੂੰ ਤੇ ਅਸੀਂ ਮੱਥਾ ਟੇਕ ਕੇ ਮੁੜ ਜਾਂਦੇ ਹਾਂ ਦੂਰੇ, ਵੀ ਕਿਤੇ ਪੜ੍ਹਨਾ ਹੀ ਨਾ ਪੈ ਜਾਵੇ, ਸੁਣਨਾ ਹੀ ਨਾ ਪੈ ਜਾਵੇ, ਦੋ ਅੱਖਰ ਪੱਲੇ ਹੀ ਨਾ ਪੈ ਜਾਣ, ਕੰਨ 'ਚ ਹੀ ਨਾ ਪੈ ਜਾਣ। ਬੰਦੇ ਕਈ ਵਾਰ ਬਹੁਤਾ ਬਹਿੰਦੇ ਵੀ ਨਹੀਂ ਗੁਰਦੁਆਰੇ ਮੰਦਿਰਾਂ ਜਾ ਕੇ, ਕਹਿੰਦੇ ਬਸ ਮੱਥਾ ਟੇਕ ਲੈ ਚਲੋ, ਕਿਤੇ ਸੱਚ ਕੰਨਾਂ 'ਚ ਹੀ ਨਾ ਆ ਜਾਵੇ, ਕੋਈ ਗੱਲ ਹੀ ਨਾ ਮੇਰੇ ਤੇ ਅਸਰ ਹੀ ਨਾ ਕਰ ਜਾਵੇ, ਵੀ ਕਿਤੇ ਮੇਰੇ ਅੰਦਰ ਅੰਮ੍ਰਿਤ ਨਾ ਆ ਜਾਏ, ਜ਼ਹਿਰ 'ਚ ਚੱਲੋ। ਸੱਤ ਹੋਵਨ ਮਨ ਲੱਗਿਆ ਨਾ ਰਾਤੀ, ਰੱਤੀ ਜਿੰਨਾ ਵੀ ਸੱਚ ਤੇ ਲੱਗਦਾ ਹੀ ਨਾ, ਅਸਰ ਹੀ ਨਹੀਂ ਹੁੰਦਾ ਸੱਚ ਦੇ। ਝੂਠ ਨੂੰ ਸੱਚ ਬਣਾ ਕੇ ਚੱਲ ਰਿਹਾ, ਝੂਠ ਨੂੰ ਮਗਰ ਦੌੜ ਰਿਹਾ। ਸਾਡੀ ਸਾਰੀ ਦੌੜ ਝੂਠ ਕਰ, ਕਿਉਂ? ਕਿਉਂਕਿ ਪਿੱਛੇ ਹਉਂ ਖੜੀ ਹੈ। ਝੂਠ ਨਾਲ ਜੁੜ ਕੇ, ਸੰਸਾਰ ਨਾਲ ਜੁੜ ਕੇ ਹਉਮੈ ਨੂੰ ਪੱਠੇ ਪੈਂਦੇ ਨੇ। ਹਉਮੈ ਨਾਲ ਬੰਦਾ ਖੁਸ਼ ਹੁੰਦਾ ਹੈ। ਇੱਥੇ ਫੂਕ ਛਕਾਈ ਜਾਂਦੀ ਹੈ, ਹੰਕਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਸੰਸਾਰ ਦੇ ਮਾਣ ਤਾਣ ਲੈ ਕੇ ਬੰਦਾ ਖੁਸ਼ ਹੁੰਦਾ ਹੈ। ਜ਼ਹਿਰ ਹੈ ਸਾਰੀ ਮਾਇਆ। ਇਹਦੇ ਵਿੱਚ ਕਹਿੰਦੇ ਜਿਨਸੀ ਜਾਤੀ, ਜਿਨਸੀ ਜੀਵ ਜੀਵ ਤੇ ਜੋਤ ਜਾਤ ਦੋਨੇ ਇਹਦੇ ਚ ਖੋਏ ਹੋਏ ਨੇ, ਗਵਾਚੇ ਹੋਏ ਨੇ। ਕਿਉਂ? ਹਉਂ ਕਰਕੇ। ਹੌਂ ਵਿੱਚ ਮੂਰਖ, ਹੌਂ ਵਿੱਚ ਸਿਆਣਾ। ਹੁਣ ਕਹਿੰਦੇ ਕੋਈ ਮੂਰਖ ਹੈ, ਕੋਈ ਸਿਆਣਾ, ਪਿੱਛੇ ਦੋਵਾਂ ਦੇ ਹੌਂ ਖੜੀ ਹੈ।
मूर्ख तो चल कह सकते हैं बेचारा जो मूर्ख हो गया, पर उन्हें भी कितने माड़ा मोटा मान किया होना है। पर जो सियाणा वो तो कहते होए ही हों विच है, वो तो कहना मैं ही सियाणा, मेरे वर्गा सियाणा कोई नहीं। बानी की कहती है मेरे राम हम बारिक हर प्रभ के है इयाने, इयाने असी तो भाव किसी जिन्ना चिर मैं माया वाली सियाणप समझदा रहा, बाद च पता लगे मैं तो आना सी। सियाणप गुरु वाली लैनी है, धन धन गुरु गुर सतगुर पांदा जिन हर उपदेश दे किए सियाणे। जे तो उपदेश लैके सियाणप आई है, इनू कहते ने विवेक बुद्धि आ जानी, खोटे खरे की पहचान करने वाली मत आ जानी, वो सियाणप आ जाए। वो सियाणप निमरता च लैके जाती है, संसारी सियाणप लैके आ जाए ये उस्तत खुशामद वाल लैके जाती है, ये मन च हंकार पैदा करती है। संसारी सियाणप की गल की तो आरंभ च कह दिता सैस सियाणपा लख होए एक ने चला नाल, कहते नाल ही नहीं जानी करी तू कि चक्कर च बचा है। सौ बिच सियाणा मैं बड़ा सियाणा जी, असी बड़े सियाणे हैं, असी बड़े पहुंचे हैं, मैनू कुछ आउंदा, मैनू कुछ पता है, मैं नहीं दस सकता। ये पिछे की काम कर दिया। हाँ मूर्ख माया, मूर्ख का अर्थ की है? बाणी कहती है मूर्खा सिर मूर्ख है जो मन्ने ना ही नाओ। जेड़ा सच नहीं मनता मूर्ख है, वह मूर्ख है। उरे जेड़ा सच नूं नाम नूं मानदा ही नहीं, गुरु की गल नूं सुनदा मनदा ही नहीं, ये सच तो दूर भजदा, वह मूर्ख है, वह हों करके मूर्ख है। गुरु सानू की दसेगा धर्म की की लोड़ हुंदी है? असीं बहुत सियाणे हैं, सानू बड़ा कुछ पता धर्म की की लोड़ है। वह मूर्ख ਉਹੀ ਸਿਆਣਾ, ਦੋਨਾਂ ਪਿੱਛੇ ਕੀ ਹੈ ਕਹਿੰਦੇ। ਹਾਂ ਅਸਲ ਚ ਜਿਹਨੂੰ ਦੁਨੀਆ ਸਿਆਣਾ ਕਹਿੰਦੀ ਨਾ, ਗੁਰੂ ਸਾਹਿਬ ਕਹਿੰਦੇ ਮੂਰਖ ਹੈ, ਬਲਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਮੂਰਖਾਂ ਦਾ ਸਰਦਾਰ ਹੈ ਜਿਹਨੂੰ ਤੁਸੀਂ ਸਿਆਣਾ ਕਹਿੰਦੇ ਸੰਸਾਰ ਦੇ ਲੋਕੋ, ਮੂਰਖਾਂ ਸਿਰ ਮੂਰਖ ਹੁੰਦਾ ਹੈ। ਅਸੀਂ ਮੂਰਖ ਸਿਆਣੇ ਬਣਾ ਕੇ ਕੁਰਸੀਆਂ ਤੇ ਬਿਠਾ ਕੇ ਸਾਡਾ ਹਾਲ ਦੇਖ ਲਓ ਕੀ ਹੋ ਗਿਆ ਅੱਜ। ਜਿਹੜਾ ਬੰਦਾ ਸੱਚ ਤੋਂ ਭੱਜਦਾ ਉਹ ਸਭ ਤੋਂ ਵੱਡਾ ਮੂਰਖ ਹੁੰਦਾ ਹੈ, ਪਰ ਮੂਰਖ ਦੀ ਅਗਵਾਈ ਨਹੀਂ ਕਬੂਲੀ ਦੀ ਹੁੰਦੀ। ਮੂਰਖ ਪਿੱਛੇ ਕੌਣ ਤੁਰੂ? ਜਿਹੜਾ ਖੁਦ ਮੂਰਖ ਹੋਊਗਾ। ਅੱਜ ਮੂਰਖਾਂ ਮਗਰ ਦੁਨੀਆ ਤੁਰੀ ਹੈ ਤੇ ਹੁਣ ਰੋ ਰਹੇ ਨੇ ਸਾਰੇ, ਪਿੱਟ ਰਹੇ ਨੇ, ਗੱਦੀਆਂ ਮੂਰਖਾਂ ਨੂੰ ਦੇਤੀਆਂ। ਪਰਮੇਸ਼ਰ ਨੇ ਪਾਇਆ ਪਰਚਾ, ਸਾਡੇ ਤੋਂ ਹੱਲ ਨਹੀਂ ਹੋਇਆ। ਸਿਆਣਪ ਸਾਡੀ ਮਰ ਗਈ, ਜਿਹੜੀ ਸਾਨੂੰ ਮਾੜੀ ਮੋਟੀ ਵਿਵੇਕ ਬੁੱਧ ਦਿੱਤੀ ਸੀ ਉਹ ਖਤਮ ਹੋ ਗਈ। ਅਸੀਂ ਮੂਰਖ ਆਗੂ ਚੁਣ ਲਏ, ਅੰਨੇ ਆਗੂ ਚੁਣ ਲਏ, ਅੰਧਾ ਆਗੂ। ਜੇਠੀਏ ਕਿਉਂ ਪਾਦਰ ਜਾਣੇ ਆਪ ਮੁੱਸੇ ਮਤ ਪੁੱਛੇ ਕਿਉਂ ਰਾਹ ਪਛਾਣੇ। ਇਹ ਲੋਕ ਜਿਹਨਾਂ ਬੜੇ ਆਪਣੇ ਆਪ ਚ ਪਤਾ ਨਹੀਂ ਕੀ ਬਣੇ ਹੋਏ ਨੇ, ਮੈਂ ਤਾਂ ਹੈਰਾਨ ਨਾ। ਬੁੱਢ ਕੇ ਉਹਦੀ ਸਹੁੰ ਖਾਧੀ ਉਹਨੇ, ਸਹੁੰ ਖਾ ਕੇ ਮੁੱਕਰ ਗਿਆ। ਤੇ ਅੱਜ ਕਮਾਲ ਦੀ ਗੱਲ ਇਹ ਹੈ ਵੀ ਅੱਜ ਉਹ ਬੰਦਾ ਜਿਹੜਾ ਬਾਣੀ ਦੀ ਸਹੁੰ ਖਾ ਰਿਹਾ ਸੀ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ, ਅੱਜ ਉਹ ਬੰਦੇ ਦੇ ਮੂੰਹ ਚੋਂ ਟੁੱਟ ਜਾਏ, ਐਸੇ ਬੰਦੇ ਦਾ ਮੂੰਹ, ਉਹਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਵੀ ਹਾਂ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਮੈਂ ਦੁੱਖ ਮਨਾਉਣ ਤੇ ਕਾਰਵਾਈ ਪਾਵਾਂਗਾ। ਇੱਕ ਸ਼ਬਦ ਨਹੀਂ ਉਸ ਬੰਦੇ ਨੇ ਬੋਲਿਆ। ਜਿਸ ਬਾਣੀ ਦੀ ਸਹੁੰ ਖਾਂਦਾ ਉਹਦੇ ਤੇ ਚੁੱਪ ਬੈਠਾ। ਲਾਹਨਤ ਪਾਉਣੀ ਚਾਹੀਦੀ ਐਸੇ ਬੰਦੇ ਨੂੰ। ਇਹ ਜਿਹੜਾ ਵਿਰੋਧ ਹੋਣਾ ਚਾਹੀਦਾ, ਹਰੇਕ ਪਾਰਟੀ ਦੇ ਨਾਲ ਜੁੜੇ ਹੋਏ ਬੰਦੇ ਨੂੰ ਵਿਰੋਧ ਕਰਨਾ ਚਾਹੀਦਾ। ਪਰ ਕਿਉਂ? ਕਿਉਂਕਿ ਪਿੱਛੇ ਲੱਗਣ ਵਾਲੇ ਵੀ ਤਾਂ ਮੂਰਖ ਨੇ। ਮੂਰਖ ਹੋ ਗਿਆ ਸੋ ਸੁਣਾ ਮੂਰਖ ਦਾ ਕਹਿਣਾ। ਆ ਜਿਹੜੇ ਹੰਕਾਰ ਵਾਲੇ ਮੂਰਖ ਨੇ, ਕਹਿੰਦੇ ਉਹਦਾ ਕਹਿਣਾ ਵੀ ਫਿਰ ਮੂਰਖ ਹੀ ਮੰਨਦੇ ਨੇ। ਧਰਮੀ ਬੰਦਾ ਕਦੇ ਐਸੇ ਬੰਦੇ ਦੇ ਮਗਰ ਲੱਗ ਕੇ ਨਹੀਂ ਚੱਲਦਾ ਹੁੰਦਾ। ਵਿਵੇਕ ਬੁੱਧੀ ਵਾਲਾ, ਧਰਮੀ ਦਾ ਅਰਥ ਕਰਾਂਗੇ ਜਿਹਦੇ ਕੋਲ ਵਿਵੇਕ ਮਤ ਹੈ, ਵਿਵੇਕ ਬੁੱਧੀ, ਜਿਹੜਾ ਸੱਚ ਤੇ ਝੂਠ ਦੀ ਪਰਖ ਜਾਣਦਾ, ਖੋਟੇ ਖਰੇ ਦੀ ਪਰਖ ਜਾਣਦਾ, ਜਿਹੜਾ ਜ਼ਹਿਰ ਅੰਮ੍ਰਿਤ ਦਾ ਫਰਕ ਜਾਣਦਾ, ਜਿਹੜਾ ਝੂਠ ਸੱਚ ਦਾ ਫਰਕ ਜਾਣਦਾ, ਉਹ ਵਿਵੇਕ ਮਤ ਆਉਂਦੀ ਹੈ। ਵਿਵੇਕ ਬੁੱਧ ਉੱਥੇ ਗੁਰਬਾਣੀ ਸਾਨੂੰ ਲਿਜਾ ਰਹੀ ਹੈ। ਉੱਥੇ ਹਉ ਨਹੀਂ ਹੁੰਦੀ, ਹਉਮੈ ਨੂੰ ਪਹਿਚਾਣ ਲੈਂਦੀ ਹੈ ਉਹ ਮਤ। ਹਉਮੈ ਦੀ ਪਰਖੇ ਕੀਤੀ ਗੁਰੂ ਸਾਹਿਬ ਨੇ ਸਾਰੀ ਸਾਡੇ ਸਾਹਮਣੇ ਲਿਆ ਕੇ ਰੱਖਤੀ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਅਸਲ 'ਚ ਇਹ ਗੁਰੂ ਸਾਹਿਬ ਦਾ ਇੱਥੇ ਇਹ ਭਾਵ ਆ ਵੀ ਇਹ ਹੈ ਤੇ ਮੂਰਖ ਨੇ ਹਉ ਵਿੱਚ, ਪਰ ਬਣੇ ਹੋਏ ਸਿਆਣੇ ਨੇ, ਪਰ ਫੇਰ ਖੜੀ ਉੱਥੇ ਵੀ ਹਉ ਹੈ। ਕਹਿੰਦੇ ਵੀ ਅਸੀਂ ਸਿਆਣੇ ਆ, ਹੈਗੇ ਮੂਰਖ ਨੇ ਪਰ ਬਣੇ ਹੋਏ ਸਿਆਣੇ ਨੇ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਐਸੀ ਸਿਆਣਪ ਦਾ ਸਾਨੂੰ ਕੋਈ ਲਾਭ ਨਹੀਂ ਹੈ। ਐਸੀ ਸਿਆਣਪ ਨੇ ਦੁਨੀਆ ਦਾ, ਸੰਸਾਰ ਦਾ, ਸਮਾਜ ਦਾ, ਧਰਮ ਦਾ, ਆਰਥਿਕਤਾ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ। ਇਹ ਐਸੇ ਮੂਰਖਾਂ ਨੇ ਕੀਤਾ।
ਪਰ ਅਫਸੋਸ ਸੰਸਾਰ ਦੇ ਪੱਲੇ ਮੂਰਖ ਪਏ ਨੇ, ਸੰਸਾਰ ਮੂਰਖਾਂ ਦੀ ਅਗਵਾਈ ਲੈ ਕੇ ਚੱਲ ਰਿਹਾ। ਗੁਰੂ ਸਾਹਿਬ ਆਪਣੇ ਜੀਵਨ ਦੇ ਵਿੱਚੋਂ ਪ੍ਰੈਕਟੀਕਲੀ ਰੂਪ, ਅਧਿਆਤਮਿਕ ਥਿਊਰੀ, ਉਪਦੇਸ਼, ਸਿੱਖਿਆਵਾਂ ਸਭ ਕੁਝ ਸਾਨੂੰ ਇਹ ਜਾਂਚ ਸਿਖਾ ਕੇ ਗਏ ਸਨ। ਇਹਨੂੰ ਕਹਿੰਦੇ ਜੀਵਨ ਜਾਂਚ। ਆਗੂ ਕੈਸਾ ਹੋਣਾ ਚਾਹੀਦਾ ਹੈ, ਅਗਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਰਮ ਕੈਸੇ ਹੋਣੇ ਚਾਹੀਦੇ ਨੇ, ਸੰਸਾਰ ਦੇ ਵਿੱਚ ਸੰਸਾਰ ਨੂੰ, ਦੁਨੀਆ ਨੂੰ ਕੀ ਉਪਦੇਸ਼ ਦੇਣਾ, ਕਿਵੇਂ ਲੋਕਾਂ ਨੂੰ ਸੱਚ ਵਾਲੇ ਪਾਸੇ ਤੋਰਨਾ, ਸਾਰਾ ਕੁਝ ਹਰੇਕ ਪੱਖ ਤੋਂ ਮਹਾਰਾਜ ਮਤਲਬ ਸਾਨੂੰ ਗਿਆਨਵਾਨ ਕਰਕੇ ਗਏ ਸੀ। ਪਰ ਜਦੋਂ ਅਸੀਂ ਗੁਰਬਾਣੀ ਛੱਡਦੇ ਹਾਲਾਤ ਦੇਖੋ ਸਾਡੇ ਕੀ ਹੋ ਗਏ। ਸੱਚ ਛੱਡਤਾ ਤੇ ਅਸੀਂ ਰੁਲ ਗਏ। ਮੂਰਖ ਹੋ ਗਿਆ ਸੋ ਸੁਣੇ ਮੂਰਖ ਕਾ ਕਹਿਣਾ। ਹੁਣ ਜਿਹੜਾ ਤੇ ਇਹਨਾਂ ਮਗਰ ਲੱਗਦਾ, ਗੁਰੂ ਸਾਹਿਬ ਕਹਿੰਦੇ ਉਹਨੂੰ ਮੂਰਖ ਹੈ, ਉਹਨੂੰ ਬਹੁਤਾ ਸਿਆਣਾ ਨਾ ਮੰਨ ਲਿਓ। ਔਰ ਹੁਣ ਮੈਂ ਬੇਨਤੀ ਕਰਾਂ, ਸਾਡੇ ਕੋਲ ਆਪਸ਼ਨ ਨਹੀਂ ਹੈ ਕੋਈ ਇਸ ਟਾਈਮ। ਸਾਨੂੰ ਮੂਰਖ ਹੀ ਟੱਕਰੂਗਾ, ਫਰਕ ਹੈ ਕੋਈ ਵੱਧ ਹੋਊਗਾ ਕੋਈ ਘੱਟ ਹੋਊਗਾ। ਇਸ ਕਰਕੇ ਧਰਮੀ ਬੰਦਾ ਇਹ ਤੋਂ ਪਾਸੇ ਹੋ ਜਾਏ, ਜਾਂ ਫਿਰ ਆਪਣੀ ਇੱਕ ਐਸੀ ਫੌਜ ਖੜੀ ਕਰ ਲਏ ਜਿਹੜੀ ਇਹਨਾਂ ਦੇ ਟੱਕਰੇ ਚ ਆ ਜਾਏ, ਜਿਵੇਂ ਦਸਵੇਂ ਪਾਤਸ਼ਾਹ ਨੇ ਕੀਤੀ, ਖਾਲਸਾ ਫੌਜ। ਤੇ ਹੁਣ ਅਸੀਂ ਜੇ ਐਸੇ ਸਚਿਆਰਿਆਂ ਦੀ ਫੌਜ ਲੱਭਣੀ ਹੋਊਗਾ ਅੱਜ ਦੇ ਸਮੇਂ 'ਚ ਮੁਸ਼ਕਲ ਹੈ। ਪਰ ਸਾਨੂੰ ਫਰਕ ਜ਼ਰੂਰ ਪਤਾ ਹੋਣਾ ਚਾਹੀਦਾ, ਹਉ ਵਿੱਚ ਮੂਰਖ ਤੇ ਹਉ ਵਿੱਚ ਸਿਆਣਾ। ਵੀ ਜਿਹੜਾ ਸਿਆਣਾ ਵੀ ਬਣਦਾ ਨਾ, ਅਸਲ 'ਚ ਸਿਆਣਾ ਜੋ ਬਣਦਾ, ਮਹਾਰਾਜ ਕਹਿੰਦੇ ਮੂਰਖ ਹੁੰਦਾ ਵੱਡਾ। ਆਪਸ ਕੋ ਜੋ ਜਾਣਾ ਉੱਚਾ, ਸੋ ਗਨੀਏ ਸਭ ਤੇ ਨੀਚਾ। ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ। ਉਹਨਾਂ ਦੇ ਨੇੜੇ ਭਲਾਈ ਹੁੰਦੀ ਨਹੀਂ, ਪਰ ਉਹ ਕਹਾਉਂਦੇ ਨੇ ਵੀ ਅਸੀਂ ਭੱਲੇ ਹਾਂ, ਅਸੀਂ ਚੰਗੇ, ਅਸੀਂ ਬੜਾ ਕੁਝ ਬਣਾਤਾ, ਬੜਾ ਕੁਝ ਸਵਾਰਤਾ। ਗੁਰੂ ਸਾਹਿਬ ਕਹਿੰਦੇ ਮੂਰਖ ਨੇ, ਕਿਉਂਕਿ ਸੱਚ ਨਹੀਂ ਮੰਨ ਰਹੇ, ਇਹ ਨਾਮ ਨਹੀਂ ਮੰਨ ਰਹੇ, ਤੇ ਗੁਰਬਾਣੀ ਨੂੰ ਮੰਨ ਨਹੀਂ ਰਹੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨ ਰਹੇ, ਉਹ ਨੇੜੇ ਨਹੀਂ ਜਾ ਰਹੇ, ਉਹਨਾਂ ਤੋਂ ਦੂਰ ਭੱਜ ਰਹੇ ਨੇ। ਮੋਖ ਮੁਕਤੀ ਕੀ ਸਾਰ ਨਾ ਜਾਣਾ। ਹੁਣ ਐਸੇ ਬੰਦੇ ਨੂੰ ਨਾ ਮੋਖ ਦਾ ਨਾ ਮੁਕਤੀ ਦਾ ਊੜਾੜਾ ਵੀ ਨਹੀਂ ਪਤਾ, ਸਾਰ ਦਾ ਅਰਥ ਹੈ ਮੈਨੂੰ ਰੱਤੀ ਮਾਤਰ ਵੀ ਸੁੱਝੀ ਨਹੀਂ ਹੈ। ਕੀ ਸੋਝੀ ਹੁਣ ਦੱਸੋ ਐਸੇ ਬੰਦੇ ਨੂੰ, ਜਿਹਨੂੰ ਜ਼ਹਿਰ ਵੇਚਣ ਤੋਂ ਟਾਈਮ ਨਹੀਂ ਮਿਲਦਾ, ਜਿਹਨੂੰ ਝੂਠ ਬੋਲਣ ਤੋਂ ਵੇਲ ਨਹੀਂ ਮਿਲਦਾ, ਜਿਹੜੇ ਬੰਦੇ ਨੂੰ ਕਪਟ ਤੋਂ, ਬੇਈਮਾਨੀ ਤੋਂ, ਬੁਰਾਈਆਂ ਤੋਂ, ਔਗਣਾਂ ਤੋਂ ਵੇਲ ਨਹੀਂ ਮਿਲਦਾ, ਉਹ ਬੰਦਾ ਧਰਮ ਦੀ ਸਾਰ ਕਿੱਥੋਂ ਜਾਣੂਗਾ। ਗੁਰੂ ਸਾਹਿਬ ਨੇ ਕਿਹਾ ਸੀ ਕਹਿੰਦੇ ਅੰਮ੍ਰਿਤ ਕੀ ਸਾਰ ਸੋਈ ਜਾਣਾ, ਜੇ ਅੰਮ੍ਰਿਤ ਕਾ ਵਪਾਰੀ ਜੀਵ। ਜਿਹੜਾ ਤੇ ਹੋਊਗਾ ਵਪਾਰੀ ਅੰਮ੍ਰਿਤ ਦਾ, ਗਿਆਨ ਦਾ, ਗੁਰੂ ਦਾ, ਸੱਚ ਦਾ, ਉਹ ਤੇ ਇਸ ਪਾਸੇ ਤੁਰ ਕੇ ਦੀ ਸਾਰ ਜਾਣ ਦੂ। ਜਿਹੜਾ ਹੈ ਹੀ ਨਹੀਂ, ਜਿਹੜਾ ਇਹਦਾ ਵਪਾਰੀ ਉਹ ਨਹੀਂ ਹੈ, ਉਹ ਕਿੱਥੋਂ ਹੁਣ ਅੰਮ੍ਰਿਤ ਲੈ ਲੂਗਾ। ਜਿਹੜਾ ਵਪਾਰੀ ਉਹ ਜ਼ਹਿਰ ਦਾ, ਉਹਨੂੰ ਅੰਮ੍ਰਿਤ ਕਿੱਥੋਂ ਮਿਲ ਜੂ। ਜਿਹਨੂੰ ਮਾਇਆ ਜ਼ਹਿਰ ਚਾਹੀਦੀ ਹੈ, ਸੰਸਾਰ ਚਾਹੀਦਾ, ਕੁਰਸੀਆਂ ਚੌਧਰਾਂ ਚਾਹੀਦੀਆਂ, ਉਹ ਗੁਰੂ ਨਾਲ ਕਿੱਥੋਂ ਜੁੜ ਜੂਗਾ। ਜੇ ਜੁੜਿਆ ਵੀ ਹੋਊਗਾ ਟਕਵੰਜ ਕਰ ਰਿਹਾ ਹੈ, ਅਡੰਬਰਕ ਰਚਿਆ ਹੋਇਆ ਉਹਨੇ, ਅੰਦਰੋਂ ਕੋਈ ਨਹੀਂ ਜੁੜਿਆ। ਜਿਹੜਾ ਜੁੜਦਾ ਹੈ ਉਹ ਕਿਤੇ ਫਸਿਆ ਨਹੀਂ ਹੁੰਦਾ, ਜਿਹੜਾ ਫਸਿਆ ਸਮਝੋ ਜੁੜਿਆ ਨਹੀਂ, ਫਸਿਆ ਹੋਇਆ ਬੰਧਨ 'ਚ ਹੈ। ਜਿਹੜਾ ਪੂਰੀ ਤਰ੍ਹਾਂ ਨਿਰਲੇਪ ਹੋ ਗਿਆ ਉਹ ਮੁਕਤ ਹੈ। ਮੋਖ ਮੁਕਤੀ ਕੀ ਸਾਰ ਨਾ ਜਾਣਾ। ਹਉ ਵਿੱਚ ਫਸਿਆ ਹੋਇਆ ਬੰਦਾ, ਹਉ ਵਿੱਚ ਜਿਹੜਾ ਮੂਰਖ ਸਿਆਣਾ ਹੈ, ਉਹ ਕਦੇ ਮੁਕਤੀ ਦੀ ਸਾਰ ਨਹੀਂ ਜਾਣ ਪਾਉਂਦਾ। ਉਹਨੂੰ ਮੁਕਤੀ ਦਾ ਗਿਆਨ ਨਹੀਂ ਹੁੰਦਾ, ਉਹ ਮੁਕਤੀ ਦੇ ਨੇੜੇ ਤੇੜੇ ਨਹੀਂ ਹੁੰਦਾ, ਉਹ ਮੁਕਤੀ ਲੈਣੀ ਵੀ ਨਹੀਂ ਚਾਹੁੰਦਾ, ਉਹ ਲੈਣੀ ਵੀ ਨਹੀਂ ਚਾਹੁੰਦਾ ਮੁਕਤੀ। ਉਹਨੂੰ ਪਤਾ ਵੀ ਨਹੀਂ ਮੁਕਤੀ ਹੁੰਦੀ ਕੀ ਹੈ। ਮੁਕਤੀ ਦੀ ਵਿਆਖਿਆ ਜਦੋਂ ਗੁਰੂ ਸਾਹਿਬ ਨੇ ਕੀਤੀ, ਉਹ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹਦੇ ਵਾਸਤੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਬਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰ ਪਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਿਉਂਦੇ ਜੀ ਮੁਕਤ ਹੁੰਦਾ ਹੈ, ਉਹ ਸਤਿਗੁਰ ਨਾਲ ਜੁੜਦਾ ਹੈ ਤੇ ਸਤਿਗੁਰ ਸਿੱਖੇ ਬੰਧਨ ਕੱਟ ਹੈ, ਇਸ ਤਰ੍ਹਾਂ ਮੁਕਤ ਹੁੰਦਾ ਹੈ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ। ਹੁਣ ਕਹਿੰਦੇ ਹਉ ਵਿੱਚ ਫਸਿਆ ਸੀ ਤੇ ਅੱਗੇ ਮਾਇਆ ਨੇ ਘੇਰ ਲਿਆ। ਹੁਣ ਮਾਇਆ ਨੇ ਐਸਾ ਗਲਬਾ ਪਾਇਆ, ਨਾ ਹਉ ਛੱਡਦਾ ਨਾ ਮਾਇਆ ਛੱਡਦੀ ਹੈ। ਜੇ ਹਉ ਛੱਡਦੇ ਤੇ ਮਾਇਆ ਖੜੀ ਹੋ ਜਾਂਦੀ ਹੈ, ਮਾਇਆ ਖੜੀ ਹੈ ਤੇ ਕਿਉਂਕਿ ਹਉ ਦੇ ਵਿੱਚ ਫਸਿਆ ਹੋਇਆ। ਹੁਣ ਮਾਇਆ ਦਾ ਜੇ ਜੰਜਾਲ ਹੀ ਨੇ ਸਾਰੇ ਪਾਸੇ ਪਏ ਹੋਏ। ਸੰਸਾਰ 'ਚ ਜਿਹੜੀਆਂ ਲੜਾਈਆਂ ਹੋ ਰਹੀਆਂ ਨੇ ਮਾਇਆ ਕਰਕੇ ਹੋ ਰਹੀਆਂ ਨੇ। ਮਾਇਆ ਨੇ ਘੇਰਾ ਪਾਇਆ ਹੈ ਪੂਰੀ ਤਰ੍ਹਾਂ ਨਾਲ। ਹਉ ਵਿੱਚ ਮਾਇਆ, ਮਾਇਆ ਹਉਮੈ ਵਿੱਚ ਗਰਸੇ ਹੋਏ ਬੰਦੇ ਨੂੰ ਦੁਖੀ ਕਰਦੀ ਹੈ। ਮਾਇਆ ਦੀ ਪਕੜ ਹਉਮ ਵਿੱਚ ਫਸੇ ਹੋਏ ਨੂੰ ਪੈਂਦੀ ਹੈ। ਜਿਹੜਾ ਹਉਮ ਦੇ ਵਿੱਚ ਹੈ ਹੀ ਨਹੀਂ,
ਜਿਹਦਾ ਮੇਰਾ ਹੀ ਨਹੀਂ ਕੁਛ ਹੈ ਉਹਨੇ ਮਾਇਆ, ਉਹ ਮਾਇਆ ਤੋਂ ਕਰਾਉਣਾ ਕੀ ਹੈ ਉਹਨੇ। ਜਿਹਨੂੰ ਇਹ ਪਤਾ ਲੱਗ ਗਿਆ ਵੀ ਹੈ ਹੀ ਜ਼ਹਿਰ ਹੈ, ਉਹ ਕਿਉਂ ਕਿਉਂ ਉਹਦੇ ਮਗਰ ਭੱਜੂਗਾ। ਪਹਿਲਾਂ ਤਾਂ ਉਹ ਆਪਣੇ ਵਿੱਚੋਂ ਹਉ ਤੋਂ ਨਿਰਲੇਪ ਹੋਊਗਾ, ਫਿਰ ਉਹਦੇ ਕੋਲ ਜੁਗਤੀ ਆਊਗੀ ਨਿਰਲੇਪ ਹੋਣ ਵਾਲੀ। ਜੇ ਉਹਦੇ ਕੋਲ ਜੁਗਤੀ ਆ ਗਈ ਨਾ, ਜਿਵੇਂ ਉਹ ਕਹਿੰਦੇ ਨੇ ਨਾ ਵੀ ਜਦੋਂ ਸੱਪ ਨੂੰ ਕੀਲਣ ਦੀ ਜੁਗਤੀ ਆ ਜਾਵੇ, ਉਹਨੂੰ ਨਹੀਂ ਫਿਰ ਕੁਛ ਕਹਿ ਸਕਦੀ ਮਾਇਆ ਨੂੰ। ਜੇ ਤੇ ਅਸੀਂ ਮਾਇਆ ਨੂੰ ਦਾਸ ਬਣਾ ਸਕਦੇ ਹਾਂ ਫੇਰ ਤਾਂ ਮਾਇਆ ਮੁਬਾਰਕ ਹੈ, ਫੇਰ ਤਾਂ ਰਹੂਗੀ ਤੁਹਾਡੇ ਪਿੱਛੇ ਪਿੱਛੇ। ਪਰ ਜੇ ਅਸੀਂ ਮਾਇਆ ਦੇ ਦਾਸ ਜਾਂ ਗੁਲਾਮ ਬਣ ਗਏ, ਫੇਰ ਸਾਨੂੰ ਪਤਾ ਹੀ ਸਾਡੀ ਹਾਲਤ ਕੀ ਹੋ ਰਹੀ ਹੈ। ਹੁਣ ਜਿਹੜੇ ਮਾਇਆ ਦੇ ਗੁਲਾਮ ਬਣੇ ਹੋਏ ਨੇ ਉਹਨਾਂ ਦੀ ਹਾਲਾਤ ਦੇਖੋ ਕੀ ਬਣ ਗਈ। ਹੁਣ ਮਾਇਆ ਦੇ ਗੁਲਾਮਾਂ ਨੇ ਹੀ ਟੈਕਸ ਲਾਏ ਨੇ, ਕਿਸਾਨ ਬਿੱਲ ਬਣਾਏ, ਪਿੱਛੇ ਕੀ ਆ ਮਾਇਆ ਵੀ ਸਾਰੀ ਸਾਨੂੰ ਮਿਲੇ, ਸਾਰਾ ਕੁਝ ਸਾਡਾ ਹੀ ਹੋਵੇ, ਸਾਰੇ ਪਾਸੇ ਸਾਡਾ ਹੀ ਗਲਬਾ ਹੋਵੇ, ਹਰੇਕ ਚੀਜ਼ ਸਾਡੀ ਕੰਟਰੋਲ 'ਚ ਹੋਵੇ, ਅਸੀਂ ਅਮੀਰ ਬਣ ਜੀ, ਅਸੀਂ ਵੱਡੇ ਬਣ ਜੀ, ਅਸੀਂ ਸਾਰਿਆਂ ਤੇ ਆਰਡਰ ਚਲਾਈਏ। ਕੀ ਮਾਇਆ, ਰਾਜ ਭਾਗ ਵੀ ਮਾਇਆ ਤੇ ਉਹਦੇ ਉੱਪਰ ਤੇ ਰਾਜ ਭਾਗ ਤੇ ਬਲਕਿ ਬਹੁਤ ਵੱਡੀ ਮਾਇਆ ਨਾ, ਉਹ ਤੇ ਮਾਇਆ ਦਾ ਕਹਿ ਲਈਏ ਪ੍ਰਬਲ ਰੂਪ ਹੈ, ਪ੍ਰਬਲ ਪ੍ਰਚੰਡ ਰੂਪ ਮਾਇਆ ਦਾ ਰਾਜ ਭਾਗ ਜਿਹੜਾ ਹੁੰਦਾ ਉਹ ਤੇ ਪ੍ਰਚੰਡ ਰੂਪ ਹੈ ਮਾਇਆ ਦਾ, ਅੱਗ ਦਾ, ਜ਼ਹਿਰ ਦਾ। ਤੇ ਜਿਹੜਾ ਹਉ ਵਿੱਚ ਫਸਿਆ, ਜਿਹਨੂੰ ਹੰਕਾਰ ਬਹੁਤ ਹੈ, ਉਹ ਉਨਾ ਹੀ ਮਾਇਆ ਮਗਰ ਦੌੜਦਾ ਹੈ। ਹਉ ਵਿੱਚ ਮਾਇਆ, ਉਵੇਂ ਹਉ ਵਿੱਚ ਮਾਇਆ ਪਰੇਸ਼ਾਨ ਕਰਦੀ ਹੈ। ਫਿਰ ਜਿਹੜਾ ਭਗਤ ਹੁੰਦਾ ਨਾ, ਗੁਰੂ ਸਾਹਿਬ ਕਹਿੰਦੇ ਭਗਤ ਕੋਲ ਇੱਕ ਜੁਗਤੀ ਆ ਜਾਂਦੀ ਹੈ, ਉਹ ਮਾਇਆ ਨੂੰ ਆਪਣੇ ਸੇਵਕ ਦਾਸੀ ਗੁਲਾਮ ਬਣਾ ਲੈਂਦਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹਨਾਂ ਦੀ ਕਾਰ ਕਮਾਉਂਦੀ ਹੈ, ਉਹਨਾਂ ਦੇ ਤਾਂ ਪੈਰੀ ਪੈਂਦੀ ਹੈ, ਚਰਨੀ ਲੱਗਿਆ ਤਾਂ ਮਹਿਲ ਪਵੇ। ਸੰਸਾਰੀ ਬੰਦਾ ਮਾਇਆ ਦਾ ਦਾਸ ਬਣਿਆ ਗੁਲਾਮ ਹੁੰਦਾ। ਤਾਂ ਹੀ ਹੁਣ ਧਿਆਨ ਦੇਖਿਓ, ਸਾਡੇ ਹਿੰਦੁਸਤਾਨ 'ਚ ਲక్ష్ਮੀ ਦੀ ਪੂਜਾ ਹੁੰਦੀ ਹੈ। ਜੇ ਕੋਈ ਕਰ ਰਿਹਾ ਮੈਂ ਮਾਫੀ ਕਹਿਣਾ, ਪਰ ਮੈਂ ਸੱਚ ਵੀ ਆਪਾਂ ਨੂੰ ਕਹਿਣਾ ਤੇ ਸੁਣਨਾ ਪਏਗਾ, ਸਮਝਣਾ ਪਏਗਾ। ਗੁਰਮਤ ਵਿੱਚ ਲక్ష్ਮੀ ਦੀ ਪੂਜਾ ਦਾ ਕੋਈ ਵਿਧਾਨ ਨਹੀਂ ਹੈ। ਲక్ష్ਮੀ ਕੀ ਹੈ? ਮਾਇਆ, ਮਾਇਆ ਦੇ ਪ੍ਰਤੀਕ ਹੈ ਨਾ ਲక్ష్ਮੀ। ਮਾਇਆ ਦੀ ਪੂਜਾ ਕਿਉਂ ਕਰਨੀ ਵੀ ਮਾਇਆ ਆਵੇ। ਦੀਵਾਲੀ ਦੀ ਰਾਤ ਨੂੰ ਲੋਕ ਦਰਵਾਜ਼ੇ ਖੁੱਲੇ ਰੱਖਦੇ ਨੇ ਤੇ ਪਤਾ ਲੱਗਦਾ ਕਈ ਥਾਂ ਤੇ ਚੋਰ ਸਾਰਾ ਕੁਝ ਸਾਫ਼ ਕਰ ਜਾਂਦੇ, ਜਿਹੜੀ ਥੋੜੀ ਬਹੁਤੀ ਪੈਂਦੀ ਉਹ ਵੀ ਉੱਡ ਜਾਂਦੀ ਹੈ। ਪਿੱਛੇ ਭਾਵ ਕੀ ਵੀ ਮਾਇਆ ਆ ਜਾਏ। ਮਾਇਆ ਦੀ ਪੂਜਾ ਕਰਨ ਲਾ ਦਿੱਤਾ ਸਾਨੂੰ। ਗੁਰਬਾਣੀ ਕਹਿੰਦੀ ਸੀ ਵੀ ਤੋਂ ਬਚੋ, ਇਹ ਜ਼ਹਿਰ ਹੈ, ਨਾਗਣੀ ਹੈ, ਇਹਨੂੰ ਦਾਸੀ ਬਣਾਓ। ਅਸੀਂ ਮਾਇਆ ਦੇ ਦਾਸ ਬਣ ਗਏ। ਕਿੱਥੋਂ ਕਿੱਥੋਂ ਬਚਾਂਗੇ? ਕੀ ਸਾਰ ਹੈ ਸਾਨੂੰ ਫਿਰ ਮੋਖ ਮੁਕਤੀ ਦੀ? ਇਸ ਦਾ ਮਤਲਬ ਸਾਨੂੰ ਸਾਰ ਹੈ ਹੀ ਨਹੀਂ। ਅਸੀਂ ਤੇ ਸੰਗਲ ਤਿਆਰ ਕੀਤਾ, ਹੋਰ ਵੀ ਇੱਕ ਹੋਰ ਸੰਗਲ ਸਾਨੂੰ ਪੈ ਜਾਏ। ਬਚਾਂਗੇ ਕਿਵੇਂ? ਅਸੀਂ ਬਚਣਾ ਸੀ, ਹਉ ਛੱਡਣੀ ਸੀ, ਮਾਇਆ ਛੱਡਣੀ ਸੀ, ਜ਼ਹਿਰ ਛੱਡਣੀ ਸੀ। ਅਸੀਂ ਫੇਰ ਫਸ ਰਹੇ ਹਾਂ ਇਹਦੇ 'ਚ। ਕਿੱਦਾਂ ਬਚਾਂਗੇ? ਸਾਨੂੰ ਪਹਿਲਾਂ ਤਾਂ ਉਹ ਜੁਗਤੀ ਲਿਆਉਣੀ ਪਏਗੀ ਜਿਹੜੀ ਮਾਇਆ ਨੂੰ ਦਾਸ ਬਣਾ ਲੇ। ਜੇ ਤਾਂ ਦਾਸ ਬਣਾ ਲਓ ਫਿਰ ਤਾਂ ਕਰੋੜਾਂ ਅਰਬਾਂ ਖਰਬਾਂ ਵੀ ਆ ਗਿਆ, ਕੋਈ ਪਰਵਾਹ ਨਹੀਂ। ਜੇ ਮਾਇਆ ਦੇ ਦਾਸ ਬਣ ਕੇ 10 ਰੁਪਏ ਵੀ ਬੰਦੇ ਨੂੰ ਪਰੇਸ਼ਾਨ ਕਰ ਦਿੰਦੇ ਨੇ। 10 ਰੁਪਏ ਦਾ ਨੋਟ ਇੱਧਰ ਉੱਧਰ ਹੋ ਜਾਵੇ, ਬੰਦਾ ਕਮਲਾ ਹੋ ਜਾਂਦਾ। ਪੰਜਾਬ 'ਚ ਜਵਾਕਾਂ ਦੇ ਚਪੇੜਾ ਲਾ ਲਾ, ਮੂੰਹ ਲਾਲ ਕਰ ਦਿੰਦੇ, 10 ਰੁਪਏ ਦਾ ਨੋਟ ਕਿੱਥੇ ਗਿਆ, 10 ਕਿੱਥੇ ਸੁੱਟ ਕੇ। ਇਹ ਹਾਲਾਤ ਹੋ ਜਾਂਦੇ ਨੇ। ਭਾਵ ਕੀ ਹੈ? ਹੁਣ ਮੁਕਤੀ ਕੀ ਹੈ? ਹੁਣ ਦੇਖੋ ਧਿਆਨ ਰੱਖੋ, ਮੁਕਤੀ ਕੀ ਹੈ? ਮੁਕਤੀ ਹੈ ਜੁਗਤੀ। ਜੁਗਤੀ ਹੀ ਮੁਕਤੀ ਹੈ। ਜਿਹਨੂੰ ਜੁਗਤੀ ਹੈਗੀ ਸਮਝੋ ਮੁਕਤ ਹੈ। ਜਿਹਦੇ ਕੋਲ ਜੁਗਤੀ ਹੈ ਮੁਕਤ ਹੈ। ਜੁਗਤੀ ਮੁਕਤੀ ਹੈ ਨਾ। ਅਸੀਂ ਹਨੇਰੇ ਤੋਂ ਮੁਕਤੀ ਲਈ, ਕਿਵੇਂ ਲਈ? ਚਾਨਣ ਕਰਕੇ। ਉਹ ਕਿਵੇਂ ਪੈਦਾ ਕੀਤਾ? ਜੁਗਤੀ ਨਾਲ। ਜੁਗਤੀ ਲੈ ਲਈ, ਅਸੀਂ ਹਨੇਰੇ ਤੋਂ ਮੁਕਤੀ ਲੈ ਲਈ। ਅੱਜ ਸਾਇੰਸ ਨੇ ਖੋਜ ਕੀਤੀ, ਅਸੀਂ ਇੱਕ ਦੂਜੇ ਦੇ ਸਾਹਮਣੇ ਬੈਠੇ ਆ। ਹੁਣ ਦੇਖੋ ਅਸੀਂ ਦੂਰੀ ਤੋਂ ਮੁਕਤੀ ਲੈ ਲਈ, ਕਿਹਦੇ ਨਾਲ? ਜੁਗਤੀ ਨਾਲ। ਇੰਸਟਰੂਮੈਂਟ ਆਇਆ, ਬੇਸ਼ੱਕ ਇੱਕ ਜੁਗਤੀ ਹੈ ਨਾ। ਜਿਹੜੀ ਦੂਰੀ ਸੀ ਸਾਡੀ ਮਿਟ ਗਈ। ਬੇਸ਼ੱਕ ਫਿਜ਼ੀਕਲੀ ਤੌਰ ਤੇ ਅਸੀਂ ਦੂਰ ਆ, ਪਰ ਅਸੀਂ ਦੂਰ ਹੋ ਕੇ ਵੀ ਨੇੜੇ ਆ। ਇਹ ਕਿੰਨੀ ਸੋਹਣੀ ਜੁਗਤੀ ਹੈ। ਜੁਗਤੀ ਮੁਕਤੀ ਹੈ। ਸਾਨੂੰ ਜੁਗਤ ਆ ਜਾਂਦੀ ਹੈ ਜਿਹੜੀ ਸਾਨੂੰ ਮੁਕਤ ਕਰਦੇ। ਭਾਵ ਸਾਨੂੰ ਕਿਸੇ ਬੰਧਨ 'ਚ ਫਸਣ ਨਹੀਂ ਦਿੰਦੀ। ਜਦੋਂ ਬੰਧਨ 'ਚ ਫਸਣਾ ਹੀ ਨਹੀਂ, ਜਦੋਂ ਅਸੀਂ ਕਿਸੇ ਪਾਸੇ ਗ੍ਰਸਤ ਹੀ ਨਹੀਂ ਹੋਣਾ, ਜਦੋਂ ਸਾਨੂੰ ਕੋਈ ਅਸੀਂ ਸੰਗਲ ਪੈਣ ਹੀ ਨਹੀਂ ਦੇਣਾ, ਇਟ ਮੀਨਸ ਅਸੀਂ ਮੁਕਤ ਹਾਂ। ਇਹ ਮੁਕਤੀ ਹੈ ਨਾ। ਜਦੋਂ ਅਸੀਂ ਡਿੱਗਣਾ ਹੀ ਨਹੀਂ, ਅਸੀਂ ਮੁਕਤ ਹਾਂ। ਮੋਖ ਮੁਕਤੀ ਕੀ? ਮੋਖ ਦੀ ਮੁਕਤੀ ਦੀ ਜੁਗਤੀ ਸਾਰ ਦਾ ਅਰਥ ਕੀ ਹੈ? ਸੋਝੀ ਨਹੀਂ ਹੈ, ਸਮਝ ਨਹੀਂ ਹੈ ਵੀ ਬਚਣਾ ਕਿਵੇਂ ਮਾਇਆ ਤੋਂ, ਜੰਜਾਲ ਤੋਂ, ਤੇ ਛਾਇਆ ਤੋਂ। ਮਾਇਆ ਤੇ ਹਉ ਵਿੱਚ ਛਾਇਆ। ਛਾਇਆ ਦਾ ਅਰਥ ਹੁੰਦਾ ਛਾਂ, ਪਰਛਾਵਾਂ। ਹੁਣ ਪਰਛਾਵਾਂ ਕਿਉਂਕਿ ਪਰਛਾਵਾਂ ਹੁੰਦਾ ਕਾਲਾ, ਬਲੈਕ, ਹਨੇਰਾ। ਅਰਥ ਕੀ ਕਰਾਂਗੇ? ਹਨੇਰਾ। ਤੇ ਦੂਜੇ ਦਾ ਅਰਥ ਹੁੰਦਾ ਭਰਮ। ਤੀਜੇ ਦਾ ਅਰਥ ਹੁੰਦਾ ਪ੍ਰਭਾਵ।
ਮਾਇਆ ਦਾ ਪ੍ਰਭਾਵ, ਮਾਇਆ ਦਾ ਭਰਮ, ਮਾਇਆ ਦੀ ਕਾਲੀ ਛਾਂ, ਕਾਲੀ ਹਨੇਰੀ ਰਾਤ, ਕਾਲਖ ਹੀ ਕਾਲਖ, ਇਹਨੂੰ ਛਾਇਆ ਕਹਿੰਦੇ ਨੇ। ਹੁਣ ਇਹ ਵੀ ਦੁਖੀ ਕਰਦੀ ਹੈ, ਹੋਂਚ ਫਸਣ ਨੂੰ ਦੁਖੀ ਕਰੇਗੀ, ਨਿਰਲੇਪ ਨੂੰ ਨਹੀਂ ਕਰਦੀ ਕਦੇ ਵੀ, ਨਿਰਲੇਪ ਨੂੰ ਕਦੇ ਨਹੀਂ ਕਰਦੀ। ਇਸ ਲਈ ਅਸਲ ਚ ਫਿਰ ਮੈਂ ਬੇਨਤੀ ਕਰਦਾ, ਥੋੜਾ ਬਰੀਕੀ ਨਾਲ ਸਮਝੋ, ਦੁਖੀ ਸਾਨੂੰ ਹਉਮੈ, ਹੰਕਾਰ, ਬੇਈਮਾਨੀ, ਲਾਲਚ ਰੂਪ ਵਿਕਾਰ ਕਰਨ। ਮਾਇਆ ਦੁਖੀ ਨਹੀਂ ਕਰ ਰਹੀ, ਜਿਹੜਾ ਮਾਇਆ ਦੇ ਪਿੱਛੇ ਲਾਲਚ ਖੜਾ ਉਹ ਦੁਖੀ ਕਰ ਰਿਹਾ, ਲਾਲਚ ਕਰਕੇ ਦੁਖੀ ਹੈ। ਉਹ ਕਹਿੰਦੇ ਹੁੰਦਾ ਨਾ, ਲੋੜ ਤਾਂ ਸਭ ਦੀ ਪੂਰੀ ਹੋ ਜਾਂਦੀ ਹੈ, ਪਰ ਖੁਆਇਸ਼ਾਂ ਤਾਂ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਬਾਦਸ਼ਾਹ ਦੀਆਂ ਵੀ ਖੁਆਇਸ਼ਾਂ ਕਦੇ ਨਹੀਂ ਪੂਰੀਆਂ ਹੋਈਆਂ। ਰੱਜ ਨਾ ਕੋਈ ਜੀਵਿਆ, ਭੁੱਖਿਆਂ ਭੁੱਖ ਨਾ ਉਤਰੀ ਜਬੰਨਾ ਪੁਰੀਆਂ ਭਾਰ, ਕਿ ਮਾਇਆ ਚ ਭੁੱਖ ਪੂਰੀ ਹੋ ਗਈ, ਰਾਜਗੱਦੀ ਤੇ ਬਹਿ ਕੇ ਹੁਣ ਅਗਲੀ ਭੁੱਖ ਸ਼ੁਰੂ ਹੋ ਗਈ, ਹੁਣ ਸਾਰਾ ਕੁਝ ਸਾਨੂੰ ਮਿਲ ਜਾਏ। ਇਹ ਮਿੱਟਦੀ ਨਹੀਂ ਹੁੰਦੀ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਤ੍ਰਿਸ਼ਨਾ ਵਿਰਲੀ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਹਜ਼ਾਰ ਤੋਂ ਲੱਖ, ਲੱਖ ਤੋਂ ਕਰੋੜ, ਕਰੋੜ ਤੋਂ ਅਰਬਾਂ ਤੇ ਪਹੁੰਚ ਗਿਆ, ਖਰਬਾਂ ਤੇ ਪਹੁੰਚ ਗਿਆ, ਕਹਿੰਦੇ ਹਲੇ ਵੀ ਸਮਾਂ ਨਹੀਂ ਮੁੱਕੀ, ਔੜ ਨਹੀਂ ਮੁੱਕੀ। ਇਹ ਕੀ ਹੈ? ਕਹਿੰਦੇ ਮਾਇਆ ਦੀ ਖੇਡ ਹੈ। ਪ੍ਰਭਾਵ ਕਿਉਂ ਪੈ ਗਿਆ? ਕਿਉਂਕਿ ਅੰਦਰ ਹਉਮੈ ਖੜੀ ਵੀ ਮੈਂ, ਬਸ ਮੈਂ ਹੀ ਮੈਂ ਹੋਵਾਂ, ਮੇਰਾ ਹੀ ਨਾਮ ਹੋਵੇ, ਸਾਰਾ ਕੁਝ ਮੇਰਾ ਹੀ ਹੋਵੇ, ਸਟੈਂਪਾਂ ਮੇਰੀਆਂ ਹੋਣ, ਨਾਮ ਮੇਰਾ ਚੱਲਦਾ ਹੋਵੇ, ਸਪੋਰਟ ਸਾਡੇ ਹੋਣ, ਗੱਡੀਆਂ ਸਾਡੀਆਂ ਹੋਣ, ਟ੍ਰੇਨਾਂ ਸਾਡੀਆਂ, ਫੋਨ ਸਾਡੇ, ਜ਼ਮੀਨ ਸਾਡੀ, ਚੌਲ ਸਾਡੇ, ਕਣਕ ਸਾਡੀ। ਸਾਡਾ ਕਰਕੇ ਵੀ ਕੀ ਲੈ ਜਾਓਗੇ, ਰਹਿਣਾ ਫਿਰ ਵੀ ਤੇਰਾ ਕੱਖ ਨਹੀਂ ਹੋ ਰਿਹਾ, ਤੇਰਾ ਤਾਂ ਸਰੀਰ ਵੀ ਤੇਰਾ ਨਹੀਂ, ਬਾਕੀ ਤੇ ਕੀ ਹੈ? ਅਸਲ ਚ ਕੀ ਹੈ? ਕਹਿੰਦੇ ਛਾਇਆ, ਭਰਮ ਹੀ ਹੈ, ਹੋਰ ਕੁਛ ਨਹੀਂ ਹੈ, ਪਿੱਛੇ ਭਰਮ ਹੀ ਹੈ ਵੀ ਮੇਰਾ। ਜਦ ਹਸਪਤਾਲ ਚ ਮੂੰਹ ਅੱਡ ਕੇ ਪਿਆ ਹੁੰਦਾ, ਫਿਰ ਤੇਰਾ ਕੀ ਹੁੰਦਾ? ਫਿਰ ਕਹਿੰਦਾ ਡਾਕਟਰ ਸਾਹਿਬ ਸਾਰੇ ਪੈਸੇ ਲਾ ਲਓ, ਥੋੜੀ ਜਿਹੀ ਉਮਰ ਵਧਾ ਦਿਓ, 5-7 ਸਵਾਈ ਦਵਾਓ, ਕਹਿੰਦੇ ਇੱਕ ਸਾਰੇ ਮਿਲਣਾ ਹੁਣ ਤੈਨੂੰ, ਭਾਵੇਂ ਸਾਰੀ ਦੁਨੀਆ ਦਾ ਧਨ ਲੈ ਜਾ। ਫਿਰ ਉੱਥੇ ਅਕਲ ਦਾ ਦੀਵਾ ਖੁੱਲਦਾ, ਬਜਟ बढ़ਦਾ। ਉਹ ਵਿੱਚ ਛਾਇਆ, ਇਹ ਛਾਇਆ ਵੀ ਪਰੇਸ਼ਾਨ ਕਰਦੀ ਹੈ। ਪ੍ਰਭਾਵ ਹੈ ਮਾਇਆ ਦਾ ਬਹੁਤ ਵੱਡਾ, ਹੈ ਭਰਮ। ਹੁਣ ਪਰਛਾਵਾਂ ਦੇ ਅੰਦਰ ਭਰਮ ਹੁੰਦਾ, ਪਰਛਾਵਾਂ ਹੁੰਦਾ ਵੀ ਕੁਛ ਨਹੀਂ। ਮੰਨ ਲਓ ਇੱਕ ਦਰਖਤ ਹੈ, ਸੇਬ ਦਾ ਦਰਖਤ ਲੱਗਿਆ, ਐਪਲ ਹੀ ਐਪਲ, ਬੜੇ ਸੋਹਣੇ ਐਪਲ ਨੇ, ਕਿਆ ਬਾਤ ਹੈ, ਮਤਲਬ ਪੱਤੇ ਬੜੇ ਖੂਬਸੂਰਤ ਹੈ ਨਾ, ਐਪਲ ਬੜੇ ਖੂਬਸੂਰਤ ਦਰਖਤ ਹੈ। ਉਹਦੀ ਛਾਂ 'ਚ ਜਾ ਕੇ ਬਹਿ ਗਏ, ਹੁਣ ਬੰਦਾ ਕਹੇ ਵੀ ਇਹ ਹੁਣ ਛਾਂ ਦੇ ਵਿੱਚੋਂ ਮੇਰੀ ਭੁੱਖ ਮਿਟ ਜਾਏ, ਉਹਦਾ ਪਰਛਾਵਾਂ ਉਹਦੀ ਛਾਂ ਤੁਹਾਡੀ ਭੁੱਖ ਨਹੀਂ ਮਿਟਾ ਸਕਦੀ। ਉਹਦੇ ਵਾਸਤੇ ਐਪਲ ਹੀ ਖਾਣਾ ਪੈਣਾ, 2 ਘੜੀ ਬਹਿ ਸਕਦੇ ਹੋ ਬਸ। ਬਾਦਰ ਕੀ ਛਾਇਆ ਤਾਂ ਹੀ ਕਿਹਾ ਸੀ ਨਾ, ਇਹ ਕੀ ਹੈ ਸਾਰਾ ਕੁਝ? ਕਹਿੰਦੇ ਬਾਦਰ ਕੀ ਛਾਂ, ਬੱਦਲ ਦੀ ਛਾਂ, ਛਾਂ ਦਾ ਕੋਈ ਟਿਕਾਣਾ ਨਹੀਂ। ਹੁਣ ਇੱਧਰ ਕੱਲ ਉੱਧਰ ਚਲੀ ਜਾਏਗੀ, ਬੱਦਲ ਆ ਜਾਣ ਤਾਂ ਛਾਂ ਉੱਡ ਵੀ ਜਾਂਦੀ ਹੈ, ਨਹੀਂ ਹੁੰਦੀ, ਫਿਰ ਹਨੇਰੇ 'ਚ ਛਾਂ ਨਹੀਂ ਹੁੰਦੀ, ਪਰਛਾਵਾਂ ਨਹੀਂ ਹੁੰਦਾ। ਭਰਮ ਹੈ, ਛਾਇਆ ਮੀਨਸ ਭਰਮ। ਕਹਿੰਦੇ ਮਾਇਆ ਦਾ ਛਾਲਾ ਬਹੁਤ ਵੱਡਾ, ਇਹਨੂੰ ਛਲ ਕਿਹਾ ਸੀ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਕੀ ਹੈ? ਮਾਇਆ ਦਾ ਖੇਡ ਦਰਸਾਈ ਕੀ ਹੈ? ਗੁਰੂ ਸਾਹਿਬ ਕਹਿੰਦੇ ਮਾਈ, ਇਹ ਮਾਂ ਮਤ, ਮਾਇਆ ਛਲ ਹੈ, ਛਲ, ਛਲ ਮੀਨਸ ਕਪਟ, ਫਰਾਡ, ਧੋਖਾ। ਇਹ ਛਲ ਕਰਦੀ ਹੈ, ਹਰੇਕ ਨਾਲ ਕਪਟ ਕਰਦੀ ਹੈ। ਇਹਦਾ ਸੁੱਖ ਪਤਾ ਕਿੰਨਾ ਹੈ? ਕਹਿੰਦੇ ਤ੍ਰਿਣ ਕੀ ਅਗਨ, ਜਿਵੇਂ ਤੀਲੇ ਨੂੰ ਅੱਗ ਲੱਗੀ ਹੋਵੇ, ਇੰਨਾ ਕੁ ਸੁੱਖ ਹੈ ਬਸ। ਤੀਲੇ ਦੀ ਅੱਗ ਘਰ ਦੇ ਵਿੱਚ ਰੋਟੀ ਨਹੀਂ ਬਣਾ ਸਕਦੀ, ਸਾਨੂੰ ਨਿੱਘ ਨਹੀਂ ਦੇ ਸਕਦੀ, ਚਾਨਣ ਨਹੀਂ ਦੇ ਸਕਦੀ। ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਮੇਘ ਮੀਨਸ ਬੱਦਲ, ਬੱਦਲ ਦੀ ਛਾਂ ਕਿੰਨਾ ਚਿਰ ਰਹਿੰਦੀ ਹੈ? ਕਿੰਨਾ ਚਿਰ ਰਹਿ ਜਾਏਗੀ? ਸਾਰੀ ਉਮਰ ਮੇਘ ਦੀ ਛਾਂ ਨਾਲ ਤਾਂ ਨਿਕਲਦੀ ਨਹੀਂ, ਕੁਝ ਸਮੇਂ ਦੀ। ਗੋਬਿੰਦ ਭਜਨ ਬਿਨ ਹੜਕਾ ਜਲ, ਕਹਿੰਦੇ ਪਾਣੀ ਹੈ ਪਰ ਪਾਣੀ ਵੀ ਹੜਦਾ, ਹੜਦਾ ਪਾਣੀ ਕਿਸੇ ਨੂੰ ਜੀਵਨ ਨਹੀਂ ਦੇ ਸਕਦਾ। ਹੜਦਾ ਪਾਣੀ ਜਿੱਥੇ ਵੀ ਆਏਗਾ ਮਾਰ ਹੀ ਕਰੇਗਾ। ਨਾਮ ਤੋਂ ਬਿਨਾ, ਸੱਚ ਤੋਂ ਬਿਨਾ, ਗੁਰੂ ਗਿਆਨ ਤੋਂ ਬਿਨਾ ਮਾਇਆ ਕਹਿੰਦੇ ਹੜਦਾ ਪਾਣੀ ਬਣ ਜਾਂਦੀ ਹੈ। ਉਹ ਬਣੀ ਹੋਈ ਹੈ, ਹੁਣ ਉਹਨਾਂ ਲੋਕਾਂ ਵਾਸਤੇ ਹੜਦਾ ਪਾਣੀ ਬਣੀ ਹੋਈ ਹੈ। ਇਹਦੇ ਤੋਂ ਹੁਣ ਬਚਣਾ ਪੈਣਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਦੀ ਵਜ੍ਹਾ ਕਰ ਕਰਕੇ ਹੀ, ਹਉਮੈ ਚ ਫਸ ਫਸ ਕੇ ਹੀ, ਹਉਮੈ ਕਰ ਕਰਕੇ ਹੀ ਇਹ ਜੰਤ ਪੈਦਾ ਹੋਇਆ, ਉਪਾਇਆ ਉਹਨੇ। ਉਪਾਉਣਾ ਪੈਣਾ ਸੀ ਵੀ ਜੰਤ, ਜੰਤ ਨਹੀਂ ਸਰੀਰ, ਉਪਜਣਾ ਪੈਣਾ ਸੀ, ਭਜਨੇ ਆਇਆ। ਜੰਤ ਵਾਜਾ ਹੁੰਦਾ, ਜੰਤ ਦਾ ਅਰਥ ਵਾਜਾ ਹੁੰਦਾ, ਜਿਹੜਾ ਵੱਜਦਾ। ਅਸੀਂ ਜਿਹਨੂੰ ਸਰੀਰ ਹੈ ਨਾ, ਬਾਣੀ ਸਾਨੂੰ ਜੰਤੇ ਕਹਿ ਰਹੀ ਹੈ। ਜੀ ਜੰਤ ਤੇਰੇ ਧਾਰੇ,
ਪ੍ਰਭ ਡੋਰੀ ਹੱਥ ਮਾਰੇ ਜੀ ਜਨਤਾ ਪਹਾਰੇ। ਇਹ ਕਿਉਂ ਨੇ? ਕਹਿੰਦੇ ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਦੀ ਵਜ੍ਹਾ ਕਰਕੇ ਹੀ ਇਹ ਜੰਤ ਪੈਦਾ ਹੁੰਦੇ ਨੇ। ਮਾਇਆ 'ਚ ਫਸੇ ਹੋਏ ਨੇ, ਛਾਇਆ 'ਚ ਫਸੇ ਹੋਏ ਨੇ, ਜੁਗਤੀ ਨਹੀਂ ਹੈ, ਇਹਨਾਂ ਕੋਲ ਮੁਕਤੀ ਜੁਗਤੀ ਨਹੀਂ ਹੈ। ਇਹ ਮੂਰਖ ਨੇ ਪਰ ਬਣੇ ਹੋਏ ਸਿਆਣੇ ਨੇ, ਜਾਤੀ ਜਿਨਸੀ 'ਚ ਖੋਏ ਹੋਏ ਨੇ, ਮੱਤ ਭਰੀ ਹੋਈ ਹੈ, ਉਹਨੂੰ ਹਉਂ ਵਿੱਚ ਹੀ ਧੋ ਰਹੇ ਨੇ, ਮਾਇਆ ਤੇ ਹਉਂ ਵਿੱਚ ਫਸੇ ਹੋਏ ਹੱਸਦੇ ਰਹਿੰਦੇ ਨੇ। ਇਹਦੇ ਕਰਕੇ ਹੀ ਕੀ ਹੈ? ਹਉਮੈ ਕਰ ਕਰ ਜੰਤ ਉਪਾਇਆ। ਇਸ ਕਰਕੇ ਕਹਿੰਦੇ ਕੀ ਹੈ? ਇਹ ਸਾਰੀ ਖੇਡ ਹਉਮੈ ਦੀ ਵਜ੍ਹਾ ਕਰਕੇ ਹੈ। ਹਾਂ ਮੈਂ ਵਿੱਚੋਂ ਖੋਵਾ, ਅੰਦਰੋਂ ਖੋ ਅੰਦਰੋਂ ਉੱਪਰੋਂ ਪਰ ਜੰਤ ਉਪਾਇਆ। ਬਸ ਇਹ ਸਾਡਾ ਜਿਹੜੀ ਗੱਲ ਨਾ ਜਨਮ ਹੋ ਰਿਹਾ, ਉਪਾਇਆ ਦਾ ਅਰਥ ਉਪਜਿਆ, ਪੈਦਾ ਹੋਇਆ, ਕ੍ਰੀਏਟ ਹੋਇਆ, ਬਰਥ ਹੋਇਆ। ਇਹ ਕਿਸ ਕਰਕੇ ਹੈ? ਹਉਮੈ ਕਰਕੇ ਹੈ। ਹਉਮੈ ਕਾਰਨ ਹਰ ਚੀਜ਼ ਦਾ ਹਉਮੈ। ਸੰਸਾਰ ਹਉਮੈ ਦਾ ਅਰਥ ਕੀ ਕਰਾਂਗੇ? ਹਉਮੈ ਦਾ ਅਰਥ ਕਰਾਂਗੇ ਹੋਂਦ। ਹੋਂਦ ਹੀ ਹਉਮੈ ਨਾ। ਜਿਹੜੀ ਚੀਜ਼ ਦੀ ਹੋਂਦ ਨਹੀਂ ਉਹਨੂੰ ਹਉਮੈ ਵੀ ਨਹੀਂ ਹੈ, ਤੇ ਜਿੱਥੇ ਹਉਮੈ ਨਹੀਂ ਉੱਥੇ ਹੋਂਦ ਵੀ ਨਹੀਂ ਹੈ। ਉੱਥੇ ਕੋਈ ਆਕਾਰ ਨਹੀਂ ਹੈ, ਉੱਥੇ ਕੋਈ ਪ੍ਰਗਟਾਵਾ ਨਹੀਂ ਹੈ, ਉੱਥੇ ਕੋਈ ਮੈਂ ਮੇਰੀ ਦੀ ਭਾਵਨਾ ਵੀ ਨਹੀਂ ਹੈ। ਇਸ ਕਰਕੇ ਹਉਮੈ ਸਭ ਤੋਂ, ਜਿਹੜਾ ਬਾਣੀ ਨੇ ਸਭ ਤੋਂ ਵੱਡਾ ਭਿਆਨਕ ਖਤਰਨਾਕ ਡੇਂਜਰ ਜਾਂ ਬਹੁਤ ਗਹਿਰਾ ਦੀਰਘ ਰੋਗ ਮੰਨਿਆ, ਉਹ ਹਉਮੈ ਮੰਨਿਆ ਹੈ। ਹਉਮੈ ਮੰਨਿਆ ਹੈ। ਹਉਮੈ ਗਿਆਨੀ ਨੂੰ ਵੀ ਹੋ ਜਾਂਦੀ ਹੈ, ਹਉਮੈ ਬੁੱਢੇ ਨੂੰ ਵੀ ਹੋ ਜਾਂਦੀ ਹੈ, ਹਉਮੈ ਬੱਚੇ ਨੂੰ ਵੀ ਹੋ ਜਾਂਦੀ ਹੈ। ਬੱਚੇ ਵਿੱਚ ਹਉਮੈ ਕਿਉਂ ਹੁੰਦੀ ਹੈ? ਜਦੋਂ ਬੱਚਾ ਲੜਦਾ ਹੈ, ਆਪਣੀ ਚੀਜ਼ ਨੂੰ ਲੁਕਾਉਂਦਾ ਹੈ, ਕਿਸੇ ਤੇ ਏਦਾਂ ਪੈਂਦਾ ਹੈ, ਝਪੱਟਾ ਮਾਰ ਕੇ ਪੈਂਦਾ ਹੈ, ਛੋਟਾ ਬੱਚਾ ਹੀ, ਜਾਂ ਕਈ ਵਾਰ ਆਕੜ ਜਾਂਦਾ ਹੈ, ਮੈਂ ਨਹੀਂ ਬੁਲਾਏ ਤੇ ਨਹੀਂ ਬੋਲਦਾ, ਹਨਾ, ਜੋ ਆਪਾਂ ਦੇਖਦੇ ਹਾਂ ਬੱਚੇ ਦੇ ਬਹੁਤ ਕੁਛ ਹੁੰਦਾ ਬੱਚੇ ਵਿੱਚ। ਉਹ ਹੁਣ ਕਿਉਂ ਹੋ ਰਿਹਾ? ਹਉਮੈ ਹੁਣ ਕਿੱਥੋਂ ਆ ਗਈ? ਉਹ ਹਲੇ ਉਹਨੇ ਜੰਮਦੇ ਨੇ ਕਿਹੜਾ ਐਸਾ ਗੁਨਾਹ ਕਰਤਾ ਬਈ? ਜੰਮਦੇ ਨੂੰ ਉਹਨੂੰ ਕਿਹਨੇ ਪੜਾਈ ਪੜਾਤੀ ਉਹਨੂੰ ਜੰਮਦੇ ਨੂੰ? ਏਦਾਂ ਹਉਮੈ ਕਰੀਦੀ ਹੈ, ਏਦਾਂ ਚੀਜ਼ ਖੋਈਦੀ ਹੈ, ਏਦਾਂ ਆਪਣੀ ਚੀਜ਼ ਲੈਣੀ ਹੈ, ਏਦਾਂ ਦੂਜੇ ਦੀ ਖੋਹਣੀ ਹੈ, ਏਦਾਂ ਜਿੱਦ ਕਰਨੀ ਹੈ, ਏਦਾਂ ਰੋਣਾ। ਪਿੱਛੋਂ ਚੱਲੀ ਆ ਰਹੀ ਹੈ, ਪਿੱਛੋਂ ਜਨਮ ਕੀ ਇਸ ਮਨ ਕੋ ਮਲ ਲੱਗੀ, ਆ ਲੱਗੀ ਹੋਈ ਹੈ। ਉਹ ਚੱਲਿਆ ਆ ਰਿਹਾ ਪਿਛਲਾ ਨਾਲ ਸਾਰਾ ਕੁਛ। ਗੁਰਬਾਣੀ ਜੜ ਨੂੰ ਫੜਦੀ ਹੈ, ਜੜ ਨੂੰ। ਸਾਨੂੰ ਇੱਕ ਸਰੀਰ ਦਿੰਦਾ ਨਾ, ਇੱਕ ਜਨਮ ਦਿੰਦਾ, ਉਹਨਾਂ ਨੂੰ ਕਰੋੜ ਜਨਮ ਦਿੰਦੇ ਨੇ। ਬਹੁਤ ਜਨਮ, ਅਨੇਕ ਜਨਮ, ਜਨਮ ਕਰੋੜ ਜਨਮ। ਤਾਂ ਹੀ ਕਿਹਾ ਆਣੀ ਐਵੇਂ ਥੋੜੀ ਆ ਗਿਆ। ਉਹਨਾਂ ਨੂੰ ਗਿਆਨ ਹੋਇਆ, ਸੋਝੀ ਸੀ, ਦੇਖੇ ਨੇ ਤੇ ਕਹਿਤਾ। ਹੁਣ ਸਾਨੂੰ ਹੈ ਨਹੀਂ, ਸਾਨੂੰ ਇੱਕ ਦਿਸਦਾ ਸੀ, ਇੱਕ ਕਹਿਤੇ ਆ। ਇਹਦਾ ਅਰਥ ਇਹ ਤਾਂ ਨਹੀਂ ਵੀ ਉਹਨੂੰ ਹੈ ਹੀ ਨਹੀਂ ਬਾਕੀ। ਜਿਵੇਂ ਗੁਰੂ ਸਾਹਿਬ ਨੇ ਬਗਦਾਦ ਚ ਗਏ ਨਾ, ਮਹਾਰਾਜ ਨੇ ਕਿਹਾ ਪਤਾਲਾ ਪੱਤਾ ਲੱਖ ਵੈਸਾ ਹੋਇਆ। ਉਹ ਕਹਿੰਦੇ ਵੀ ਫੜੋ ਇਹਨੂੰ, ਕਹਿੰਦਾ ਕਾਫਰ ਹੈ। ਕਹਿੰਦੇ ਕਿਉਂ? ਕਹਿੰਦੇ ਸਾਡੇ ਮੁਹੰਮਦ ਸਾਹਿਬ ਨੇ ਤਾਂ 7 ਕਿਹਾ, 7 ਆਕਾਸ਼ 7 ਪਤਾਲ, ਤੁਸੀਂ ਕਿਉਂ ਕਹਿੰਦੇ ਲੱਖ ਪਤਾਲ? ਤੁਸੀਂ ਤੇ ਉਹਨੇ ਤੋਹੀਨ ਕਰਤੀ, ਤੁਸੀਂ ਤਾਂ ਉਹਨੂੰ ਝੂਠੇ ਪਾ ਰਹੇ ਹੋ। ਉਹ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਇਹ ਥੋੜੇ ਕਿਹਾ ਵੀ ਤੁਹਾਡਾ ਉਹ ਝੂਠਾ ਹੋ ਗਿਆ, ਹਜ਼ਰਤ ਮੁਹੰਮਦ ਝੂਠ ਹੈ ਜਾਂ ਹਜ਼ਰਤ ਮੁਹੰਮਦ ਗਲਤ ਕਹਿ ਰਿਹਾ ਹੈ, ਜਲਦੀ ਤੋਹੀਨ ਹੈ। ਭਾਈ ਉਹਨੂੰ 7 ਦਾ ਗਿਆਨ ਹੋਇਆ, ਉਹਨੂੰ 7 ਦੀ ਸੂਝੀ, ਉਹਨੇ 7 ਕਹਿੰਦੇ, ਉਹਨੂੰ ਲੱਖ ਦੇ ਕਹਿੰਦੇ, ਮੈਂ ਲੱਖ ਕਹਿੰਦੇ। ਹੁਣ ਕਸੂਰ ਨਾ ਮੇਰਾ ਨਾ ਉਹਦਾ, ਦਿਖਾਉਣ ਵਾਲੇ ਨੇ ਮੈਨੂੰ ਲੱਖਾਂ ਦਿਖਾਤੇ। ਲੱਖਾਂ ਦਾ ਅਰਥ ਵੀ ਅਣਗਿਣਤ ਹੈ। ਉਹਦੀ ਕਪੈਸਿਟੀ 7 ਦੀ ਸੀ, ਉਹਨੂੰ 7 ਦਿਖੇ, ਉਹਨੇ 7 ਕਹਤੇ, ਮੈਨੂੰ ਲੱਖ ਦਿਖੇ, ਮੈਂ ਲੱਖ ਕਹਤੇ। ਉੱਥੇ ਚੁੱਪ ਹੋਏ, ਫਿਰ ਕਹਿੰਦੇ ਵੀ ਹਾਂ ਗੱਲ ਤਾਂ ਠੀਕ ਹੈ। ਹੁਣ ਸਾਨੂੰ ਇੱਕ ਦਿਖਦਾ, ਅੱਗਾ ਪਿੱਛੇ ਸਾਨੂੰ ਦਿਖਦਾ ਸੀ, ਕਹਿੰਦੇ ਜੀ ਇੱਕੋ ਹੀ ਹੁੰਦਾ। ਉਹਨਾਂ ਨੂੰ ਬਹੁਤ ਦਿਖੇ ਨੇ, ਉਹ ਕਹਿੰਦੇ ਬਹੁਤ ਹੁੰਦੇ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਹੁਣ ਕਰੋੜ ਬ੍ਰਹਿਮੰਡ ਆਪਾਂ ਦੇਖੇ ਨੇ ਕਿਸੇ ਨੇ? ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਤੁਸੀਂ ਕੋਟ ਬ੍ਰਹਿਮੰਡ ਦੇਖਿਆ? ਕਰੋੜਾ ਬ੍ਰਹਿਮੰਡ ਇੱਕ ਨਹੀਂ ਦੇਖਿਆ ਸੀ ਤਾਂ। ਹੁਣ ਕੀ ਕਹੇ ਕਰੋੜ ਹੁੰਦੇ ਨੇ? ਸਾਇੰਸ ਤਾਂ ਹੁਣ ਕਹਿ ਰਹੀ ਵੀ ਕਰੋੜ ਹੁੰਦੇ ਨੇ। ਕਿਉਂ? ਕਿਉਂਕਿ ਅਸੀਂ ਤਾਂ ਹਲੇ ਕਹਿ ਲਈਏ ਵੀ ਧਰਮ ਦੇ ਪੱਖੋਂ ਅਸੀਂ ਹਰੇ ਪ੍ਰਾਇਮਰੀ ਦੇ ਵਿੱਚ, ਬਲਕਿ ਮੈਨੂੰ ਲੱਗਦਾ ਵੀ ਅਸੀਂ ਹਲੇ ਪਲੇਵੇ ਦੇ ਵਿੱਚ ਹਾਂ।
ਧਾਰਮਿਕ ਪੱਖ ਤੋਂ ਤੁਰੇ ਨਹੀਂ ਆਪਾਂ ਹਲੇ। ਸਾਨੂੰ ਹਲੇ ਸਿਰਫ ਬੈਠਣਾ ਹੀ ਸਿਖਾਇਆ ਜਾ ਰਿਹਾ, ਪਹਿਚਾਣ ਕਰਾਈ ਜਾ ਰਹੀ ਹੈ, ਤਸਵੀਰਾਂ ਦਿਖਾਈਆਂ ਜਾ ਰਹੀਆਂ, ਬਸ ਆਹ ਹੁੰਦਾ ਐ ਹੁੰਦਾ ਐ ਹੁੰਦਾ। ਪਰ ਬਣਦੇ ਅਸੀਂ ਬਹੁਤ ਸਿਆਣੇ ਆ। ਧਾਰਮਿਕ ਗੁਰੂਆਂ ਦੀ, ਧਾਰਮਿਕ ਆਗੂਆਂ ਦੀ ਹਾਲਤ ਦੇਖੋ ਤੁਸੀਂ ਕੀ ਹੈ। ਅਡੰਬਰ ਪ੍ਰਪੰਚ ਕਿੱਡੇ ਰਚਨੇ, ਇੰਝ ਲੱਗਦਾ ਵੀ ਰੱਬ ਤੋਂ ਬਾਅਦ ਇਹੀ ਬਣਦਾ। ਪਿੱਛੇ ਉਹਦੇ ਬੋਲਾਂ ਚੋਂ ਹੋਂ ਦਿਸਦੀ ਹੈ, ਉਹਦੇ ਐਕਸ਼ਨ ਚੋਂ ਹੋਂ ਦਿਸਦੀ ਹੈ, ਉਹਦੇ ਫੇਸ ਤੋਂ, ਉਹਦੇ ਫੇਸ ਐਕਸ਼ਨ ਤੋਂ, ਫੇਸ ਐਕਸਪ੍ਰੈਸ਼ਨ ਚੋਂ, ਉਹਦੇ ਪਹਿਰਾਵੇ ਚੋਂ, ਉਹਦੀ ਬਣਾਵਟ ਚੋਂ, ਉਹਦੀ ਠਾਠ ਚੋਂ, ਉਹਦੇ ਡੇਰੇ ਚੋਂ, ਉਹਦੇ ਘਰ ਚੋਂ, ਉਹਦੇ ਮਹਿਲ ਮਾੜੀਆਂ ਚੋਂ ਹਾਂ ਚੱਲ ਕਰੀ ਹੈ। ਸਾਨੂੰ ਲੱਗਦਾ ਬੜੇ ਮਹਾਂਪੁਰਖ ਨੇ, ਗੁਰੂ ਸਾਹਿਬ ਕਹਿੰਦੇ ਹਉਮੈ ਤੇ ਨੇ। ਕੀ ਕਰੋਗੇ ਹੁਣ ਤੁਸੀਂ? ਆਪਣਾ ਕਿੱਦਾਂ ਗੁਰੂ ਨਾਲ ਤਾਲਮੇਲ ਬਣ ਜਾਏਗਾ ਵੀ? ਇਸੇ ਕਰਕੇ ਬਹੁਤ ਲੋਕਾਂ ਨੇ ਗੁਰਬਾਣੀ ਦੇ ਅਰਥ ਕੀਤੇ ਹੀ ਨਹੀਂ, ਗੁਰਬਾਣੀ ਪੜ੍ਹਾਈ ਹੋ ਨਹੀਂ, ਮੱਥਾ ਜ਼ਰੂਰ ਟਿਕਾਇਆ, ਬਸ ਮੱਥਾ ਟੇਕੋ, ਮੱਥਾ ਮੈਨੂੰ ਟੇਕੀ ਜਾ, ਮੈਨੂੰ ਮੈਂ ਤੇ ਕਹਿੰਦਾ ਵਧੀਆ ਗੱਲ ਹੈ। ਜਿੱਦਾਂ ਮੈਨੂੰ ਸਵਾਲ ਕਰਤੇ ਮੇਰੇ ਲਈ ਪ੍ਰੋਬਲਮ ਹੋ ਜਾਣੇ ਵੀ ਔਖਾ ਵੀ ਹੈ ਨਾ, ਇਹਦਾ ਹੋਣਾ ਬੰਦ ਕਰੋ ਸਵਾਲ ਕਰਦਾ। ਜੇ ਮੱਥਾ ਟੇਕ ਕੇ 500 ਦਾ ਨੋਟ ਰੱਖ ਰਿਹਾ, ਮੈਂ ਤਾਂ ਆਸ਼ੀਰਵਾਦ ਦੇ ਹੀ ਜਾਣਾ ਨਾ, ਮੇਰਾ ਕੀ ਜਾਂਦਾ। ਇਹ ਬਰੀਕੀਆਂ ਫੜਨੀਆਂ ਪੈਣਗੀਆਂ। ਕਿਉਂਕਿ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਗੁਰਬਾਣੀ ਦਾ ਨਾ ਤੁਸੀਂ ਜਦੋਂ ਡੀਪਲੀ ਇਹਨੂੰ ਖੁਦ ਇਹਨੂੰ ਤੁਸੀਂ ਕਰਿਓ, ਕਦੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿੰਨਾ ਜਿੰਨਾ ਹੋ ਸਕਦਾ, ਤੇ ਉਦੋਂ ਨਾ ਤੁਹਾਨੂੰ ਪਤਾ ਲੱਗਣ ਲੱਗੂਗਾ ਵੀ ਗੁਰਬਾਣੀ ਦਾ ਉਪਦੇਸ਼ ਹੈ ਜਿਹੜਾ ਉਹ ਆਮ ਲੋਕਾਂ ਵਾਸਤੇ ਬਹੁਤ ਘੱਟ ਹੈ, ਆਮ ਪਬਲਿਕ ਨੂੰ ਬਹੁਤ ਘੱਟ ਉਪਦੇਸ਼ ਹੈ ਤੇ ਬਹੁਤ ਘੱਟ ਤਾੜਨਾ ਕੀਤੀ ਹੈ। ਪਰ ਜਿਹੜੇ ਧਰਮ ਦੇ ਆਗੂ ਨੇ, ਧਰਮ ਦੇ ਮੋਢੀ ਨੇ, ਧਾਰਮਿਕ ਪੁਜਾਰੀ ਨੇ, ਧਰਮ ਦੀ ਅਗਵਾਈ ਦੇਣ ਵਾਲੇ ਨੇ, ਜਿਵੇਂ ਜੋਗੀ ਹੈ, ਨਾਥ ਨੇ, ਪੰਡਤ ਨੇ, ਬ੍ਰਾਹਮਣ ਨੇ, ਕਾਜ਼ੀ ਹੈ, ਮੁੱਲਾ ਹੈ, ਸੰਨਿਆਸੀ ਹੈ, ਬ੍ਰਹਮਚਾਰੀ ਹੈ, ਤਪਸਵੀ ਹੈ, ਰਿਸ਼ੀ ਹੈ, ਮੁਨੀ ਹੈ, ਇਹਨਾਂ ਦੀ ਗੱਲ ਬਾਰ-ਬਾਰ ਆ ਰਹੀ ਹੈ। ਹੁਣ ਮੰਨ ਲਓ ਹਿੰਦੁਸਤਾਨ 'ਚ 100 ਧਰਮ ਨੇ, ਇੱਕ ਧਰਮ ਨਾਲ 1-1 ਕਰੋੜ ਬੰਦਾ ਜੁੜਿਆ, 100 ਕਰੋੜ ਬੰਦਾ ਹੋ ਗਿਆ। ਫਾਰ ਐਗਜ਼ਾਮਪਲ ਗੱਲ ਕਰ ਰਿਹਾ ਮੈਂ, 100 ਕਰੋੜ ਬੰਦਾ ਹੋ ਗਿਆ ਜੀ, ਹਨਾ। 100 ਧਰਮ ਨੇ, 100 ਧਰਮਾਂ ਦੇ 100 ਆਗੂ ਨੇ, ਤੇ ਇੱਕ ਧਰਮ ਦੇ ਵਿੱਚ 1 ਕਰੋੜ ਬੰਦਾ, 100 ਕਰੋੜ ਹੋ ਗਏ। ਹੁਣ 100 ਕਰੋੜ ਬੰਦੇ ਨੂੰ ਉਪਦੇਸ਼ ਦੇਣਾ ਸੌਖਾ ਹੈ ਜਾਂ 100 ਮੁਖੀਆਂ ਨੂੰ ਉਪਦੇਸ਼ ਦੇਣਾ ਸੌਖਾ ਹੈ? 100 ਕਰੋੜ ਬੰਦੇ ਦੇ ਕੋਲ ਜਾਵਾਂ ਤੇ ਮੈਂ ਤਾਂ ਬੁੱਢਾ ਆ ਜਾਵਾਂਗਾ ਜਾਂ ਮੈਂ ਨਹੀਂ, ਚਲੋ ਜਿਹੜਾ ਵੀ ਉਪਦੇਸ਼ ਦੇ ਰਿਹਾ, ਪਰ ਜੇ ਉਹਨੇ 100 ਨੂੰ ਬੁਲਾਉਣਾ ਹੋਵੇ ਤੇ ਇੱਕੋ ਥਾਂ ਤੇ ਮੀਟਿੰਗ ਸੱਦ ਕੇ ਵੀ 100 ਨਾਲ ਤਾਂ ਗੱਲ ਹੋ ਸਕਦੀ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਉਪਦੇਸ਼ ਕੀਤਾ, ਉਹਨਾਂ ਨੇ ਮੋਢੀਆਂ ਨੂੰ ਕੀਤਾ ਵੀ, ਕਿਉਂਕਿ ਮੋਢੀ ਪਬਲਿਕ ਨਾਲ ਜੁੜੇ ਹੋਏ ਨੇ, ਜਿਹੜੇ ਧਰਮ ਦੇ ਆਗੂ ਨੇ ਪਬਲਿਕ ਨਾਲ ਜੁੜੇ ਹੋਏ ਨੇ, ਉਹ ਡਾਇਰੈਕਟ ਸੰਪਰਕ 'ਚ ਨੇ। ਗੁਰੂ ਸਾਹਿਬ ਤਾਂ ਹੁਣ ਕਈ ਜਗ੍ਹਾ ਤੇ ਗਏ, ਉਹਨਾਂ ਵਾਸਤੇ ਨਵੇਂ ਸੀ। ਉਹ ਕਹਿੰਦਾ ਯਾਰ ਇੱਕ ਠੀਕ ਹੈ ਫਕੀਰ ਹੈ, ਕੋਈ ਨਾਨਕ ਫਕੀਰ ਹੈ, ਠੀਕ ਹੈ, ਚਲੋ ਗੱਲ ਸੁਣੀ, ਕਿਸੇ ਨੂੰ ਵਧੀਆ ਲੱਗੀ, ਕਿਸੇ ਜਿਹੜਾ ਚੰਗੀ ਪਕੜ ਵਾਲਾ ਸੀ, ਜਿਹੜਾ ਜਗਿਆਸੂ ਸੀ, ਉਹਨੇ ਗੁਰੂ ਸਾਹਿਬ ਦੀ ਗੱਲ ਫੋਲੋ ਕਰ ਲਈ। ਤੇ ਇੱਕ ਜਿਹੜਾ ਕਹਿੰਦਾ ਵੀ ਨਾ ਜੀ ਨਾ, ਸਾਡੇ ਬੰਦੇ ਠੀਕ ਨੇ, ਸਾਡੇ ਪੰਡਤ ਜੀ, ਸਾਡੇ ਕਾਜੀ ਸਾਹਿਬ, ਸਾਡੇ ਜੋਗੀ ਜੀ, ਉਹ ਠੀਕ, ਉਹ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਇਹਦੇ ਆਗੂ ਨੂੰ ਸੱਚ ਪੜ੍ਹਾ ਦਾਂ, ਉਹਨੂੰ ਧਰਮ ਸਿਖਾ ਦਾਂ, ਅੱਗੇ 100,000 ਲੱਖ ਬੰਦੇ ਨੂੰ ਉਹਨੇ ਆਪੇ ਸਿਖਾ ਦੇਣਾ। ਪਰ ਜਦੋਂ ਗੁਰੂ ਸਾਹਿਬ ਨੇ ਉਪਦੇਸ਼ ਤਾਂ ਹੀ ਦੇਖਿਆ ਵੀ ਹੁਣ ਕਾਜੀ ਵੀ ਭਟਕੇ ਹੋਏ, ਜੋਗੀ ਭਟਕੇ ਹੋਏ, ਨਾਥ ਵੀ ਭਰਮ 'ਚ ਨੇ, ਸੰਨਿਆਸੀ, ਮੁੱਲੇ, ਬ੍ਰਹਮਚਾਰੀ, ਤਪਸਵੀ, ਰਿਸ਼ੀ ਮੁਨੀ ਸਾਰੇ ਭਟਕੇ ਪਏ ਨੇ, ਸਾਰੇ ਝੂਠ 'ਚ ਫਸੇ ਹੋਏ ਨੇ, ਸਾਰੇ ਬੇਈਮਾਨ ਨੇ, ਸਾਰੇ ਠੱਗ ਨੇ। ਉਦੋਂ ਫਿਰ ਉਹਨਾਂ ਨੂੰ ਉਪਦੇਸ਼ ਕਹਿਣੇ ਪਏ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਇੱਕੋ ਪੜ੍ਹਦੇ ਆਪਾਂ, ਬਾਹਮਣ ਨਾਵੇ ਜੀਆਂ ਕਾਏ, ਕਾਜੀ ਕਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਦ, ਤਿੰਨੇ ਉਜਾੜੇ ਕਾ ਬੰਦ। ਕਹਿੰਦੇ ਤਿੰਨ ਆਗੂ ਨੇ, ਤਿੰਨੇ ਉਜਾੜੇ ਦਾ ਕਾਰਨ ਬਣੇ ਨੇ। ਤੇ ਗੁਰੂ ਸਾਹਿਬ ਨੇ ਉਪਦੇਸ਼ ਇਹਨਾਂ ਤਿੰਨਾਂ ਆਗੂਆਂ ਨੂੰ ਦਿੱਤਾ, ਇਹਨਾਂ ਨੂੰ ਜੋੜਿਆ, ਫਿਰ ਇਹਨਾਂ ਨੂੰ ਸਮਝਾਇਆ। ਬਹੁਤਾ ਉਪਦੇਸ਼ ਧਰਮ ਦੇ ਆਗੂਆਂ ਵਾਸਤੇ, ਆਮ ਪਬਲਿਕ ਦੇ ਗੱਲ ਉਨੀ ਪੱਲੇ ਨਹੀਂ ਪੈਂਦੀ, ਆਗੂ ਸਮਝ ਲੈਂਦਾ ਹੁੰਦਾ, ਉਹ ਤੁਰਿਆ ਹੋਇਆ, ਉਹਦੀ ਕੁਛ ਉਹਦੇ ਵਿੱਚ ਕੋਈ ਕੁਆਲਿਟੀ ਹੁੰਦੀ ਹੈ, ਕੋਈ ਥੋੜਾ ਬਹੁਤਾ ਜਾਗਿਆ ਹੁੰਦਾ, ਸੁਚੇਤ ਹੁੰਦਾ ਹੈ, ਉਹ ਅੱਗੇ ਉਸ ਗੱਲ ਨੂੰ ਸੁਖੈਨ ਰੂਪ 'ਚ ਆਮ ਪਬਲਿਕ ਨੂੰ ਸਮਝਾ ਸਕਦਾ ਹੈ। ਕਿਉਂਕਿ ਉਹਨਾਂ ਕੋਲ ਭੇਖ ਵੀ ਹੁੰਦਾ, ਪਹਿਰਾਵਾ ਵੀ ਹੁੰਦਾ, ਡੰਬਰ ਵੀ ਹੁੰਦੇ ਨੇ, ਪਬਲਿਕ ਜੁੜੀ ਹੁੰਦੀ ਹੈ। ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਪੜ੍ਹਾਤਾ ਉਪਦੇਸ਼, ਕਿਉਂਕਿ ਉਹ ਸਾਰੇ ਭ੍ਰਿਸ਼ਟਾਚਾਰ 'ਚ ਫਸੇ ਹੋਏ ਸੀ, ਸਾਰੇ ਬੇਈਮਾਨ ਸੀ, ਸਾਰੇ ਠੱਗ ਸੀ। ਰਿਸ਼ਵਤ ਉਦੋਂ ਵੀ ਚੱਲ ਰਹੀ ਸੀ, ਬੇਈਮਾਨੀ ਉਦੋਂ ਵੀ ਚੱਲਦੀ ਸੀ, ਪੱਥਰ ਪੂਜਾ ਉਦੋਂ ਵੀ ਚੱਲਦੀ ਸੀ।
ਤੇ ਗੁਰੂ ਸਾਹਿਬ ਨੇ ਧਰਮ ਆਗੂਆਂ ਨੂੰ ਪੜ੍ਹਾਇਆ। ਇਸ ਕਰਕੇ ਧਰਮ ਦਾ ਉਪਦੇਸ਼ ਹੈ ਜਿਹੜਾ ਗੁਰਮਤਿ ਹੈ, ਅੱਜ ਵੀ ਬਹੁਤਾਤ ਰੂਪ ਚ ਆਗੂਆਂ ਨੂੰ ਪੜ੍ਹਨੀ ਚਾਹੀਦੀ ਹੈ। ਆਗੂ ਹੀ ਪੜ੍ਹਦੇ ਨਹੀਂ, ਕਮਾਲ ਦੀ ਗੱਲ ਹੈ। ਆਗੂ ਹੀ ਪੜ੍ਹਦੇ ਰਹੇ। ਧਰਮ ਦੇ ਪੁਜਾਰੀ, ਧਰਮ ਨੂੰ ਪੜ੍ਹਾਉਣ ਵਾਲੇ, ਧਰਮ ਨੂੰ ਮੰਨਣ ਵਾਲੇ, ਧਰਮ ਨੂੰ ਚਲਾਉਣ ਵਾਲੀ ਧਰਮ ਨਹੀਂ ਪੜ੍ਹ ਰਹੇ। ਬਾਕੀ ਤਾਂ ਕਿਸੇ ਨੇ ਕੀ ਪੜ੍ਹਨਾ। ਇਸ ਕਰਕੇ ਸਾਨੂੰ ਨੁਕਸਾਨ ਹੋ ਰਿਹਾ। ਗੁਰੂ ਮਿਹਰ ਕਰੇ। ਤੇ ਮਹਾਰਾਜ ਕਹਿੰਦੇ ਕਾਰਨ ਕੀ ਪਿੱਛੇ ਹਉ ਖੜੀ ਹੈ, ਸਾਰਿਆਂ ਦੇ ਅੰਦਰ ਹਉ ਚੱਲ ਰਹੀ ਹੈ। ਮੈਂ ਵੱਡਾ, ਮੈਂ ਤੇ ਵੈਸੇ ਹੀ ਸਿਆਣਾ ਜੀ, ਮੇਰੇ ਤੇ ਮਗਰ ਵੈਸੀ ਦੁਨੀਆ ਬਹੁਤ ਲੱਗੀ ਹੈ। ਤੇ ਗੁਰੂ ਸਾਹਿਬ ਕਹਿੰਦੇ ਸਮੱਸਿਆ ਹਉ ਸਭ ਤੋਂ ਵੱਡੀ ਸਮੱਸਿਆ। ਹਉ ਸਮਝ ਵਿੱਚ ਆ ਜਾਏ ਨਾ, ਅੱਗੇ ਜਾ ਕੇ ਆਏਗਾ ਹਉ ਮੈਂ ਬੂਝਾ ਤਾਂ ਦਰ ਬੂਝਾ। ਤੇ ਚਲੋ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਸਮੱਤ ਬਖਸ਼ਣ, ਹੋਰ ਜਗਾਉਣ। ਤੇ ਹੁਣ ਕਿਸੇ ਦਾ ਕੋਈ ਸਵਾਲ ਸੁਝਾਅ ਹੋਵੇ ਤੇ ਉਹ ਨਿਵਰਤ ਕਰ ਸਕਦੇ, ਆਪਾਂ ਸਾਂਝਾ ਕਰਦੇ ਹਾਂ ਜੀ। ਧੰਨਵਾਦ ਜੀ ਸਾਰਿਆਂ ਦਾ। ਫੁੱਲਾਂ ਦੀ ਕਿਰਪਾ। ਹਾਂਜੀ, ਜਿਸ ਤਰ੍ਹਾਂ ਸ਼ਿਵ ਨਾਮ ਉਹ ਸੀਗਾ ਰਾਜਾ। ਹਾਂਜੀ, ਤਕਰੀਬਨ ਉਹ ਰਾਜਾ ਨੂੰ ਉਹੀ ਗੱਲ ਆ ਗਈ, ਯਾਨੀ ਕਿ ਆਗੂਆਂ ਨਾਲ ਹੀ ਕਰ ਲੈਂਦੇ ਸੀਗੇ ਵੀ ਇਹਨਾਂ ਨੇ ਪ੍ਰਜਾ ਤਾਂ ਆਪਣੇ ਆਪ ਸਮਝ ਜਾਣੀ। ਹਾਂ ਬਿਲਕੁਲ 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 ਸਹੀ ਗੱਲ ਹੈ। ਉਹਨਾਂ ਨੇ ਸ਼ਿਵ ਨਾਲ ਉਹ ਜੁੜੇ ਹੋਏ ਆ ਨਾਲ। ਜਦੋਂ ਸ਼ਿਵ ਨਾਮ ਰਾਜੇ ਨੂੰ ਸਮੱਤ ਦੇਈ ਗਏ ਉਹਨਾਂ ਨੇ, ਉਸ ਤੋਂ ਬਾਅਦ ਸ਼ਿਵ ਨਾਮ ਰਾਜਾ ਯਾਨੀ ਕਿ ਇੰਨਾ ਮੋਹਿਤ ਹੋ ਗਿਆ ਜੀ, ਇੰਨਾ ਉਹਨਾਂ ਦਾ ਹੋ ਗਿਆ, ਫਿਰ ਉਹਨਾਂ ਨੂੰ ਯਾਨੀ ਕਿ ਪ੍ਰਚਾਰਕ ਬਣਾ ਕੇ ਆਏ ਜੀ ਗੁਰੂ ਨਾਨਕ ਸਾਹਿਬ ਜੀ। ਹੁਣ ਦੇਖੋ, ਇੱਕ ਆਪਾਂ ਸੌਖੀ ਜਿਹੀ ਗੱਲ ਕਰ ਲੈਂਦੇ। ਮੰਨ ਲਓ ਵੀ ਆਪਣੀ ਜਿਹੜੀ ਸਰਕਾਰ ਹੈ ਨਾ, ਸਰਕਾਰ ਮਤਲਬ ਜਿਵੇਂ ਸਾਡੇ ਦੇਸ਼ ਚ 22 ਜਾਂ 24 ਦੇ ਕਰੀਬ ਸਟੇਟਸ ਹੈਗੀਆਂ ਨੇ ਨਾ, ਤੇ ਇੱਕ ਸਟੇਟ ਦੇ ਵਿੱਚ ਇੱਕ ਆਰਡਰ ਆ ਗਿਆ। ਉਸ ਮਤਲਬ ਸਾਡੇ ਪੰਜਾਬ ਵਾਲਿਆਂ ਨੇ ਕਹਿਤਾ ਵੀ ਠੀਕ ਆ ਭਾਈ, ਅੱਜ ਤੋਂ ਬਾਅਦ ਸਾਡੇ ਆਹ ਕਾਨੂੰਨ ਲਾਗੂ, ਇਹਨੂੰ ਏਦਾਂ ਕਰਾਂਗੇ। ਆਪਾਂ ਗੱਲ ਮੰਨੇ ਲੈਣੀ ਹੈ, ਠੀਕ ਆ ਭਾਈ, ਚਲੋ ਠੀਕ ਆ ਜੀ, ਤੁਸੀਂ ਆਪਾਂ ਠੀਕ ਆ ਮੰਨ ਗਏ ਜੀ, ਸਹਿਮਤ ਹੋ ਗਏ ਨਾ। ਹਾਂ, ਸੈਂਟਰ ਨੇ ਇੱਕ ਉਪਦੇਸ਼ ਮੁੱਖ ਮੰਤਰੀ ਨੇ ਕਰਤਾ ਸਾਰਿਆਂ ਨੂੰ ਵੀ ਤੁਸੀਂ ਭਾਈ ਏਦਾਂ ਕਹਿ ਦਿਓ। ਹੁਣ ਸਾਨੂੰ ਨੇ ਇਕੱਲੇ ਨੂੰ ਕਹਿਣਾ ਹੈ। ਉਹਨਾਂ ਨੇ ਆਗੂ ਫੜ ਲਿਆ, ਸਟੇਟ ਦਾ ਮੋਢੀ ਫੜ ਲਿਆ, ਤੇ ਮੋਢੀ ਨੂੰ ਕਹਿੰਦਾ ਭਾਈ ਆਹ ਕੰਮ ਏਦਾਂ ਹੋਏਗਾ। ਆਪਾਂ ਕਿਹਾ ਠੀਕ ਹੈ ਜੀ, ਆਪਾਂ ਡਾਇਰੈਕਟ ਜੁੜੇ, ਆਪਾਂ ਮੰਨ ਲਈ ਗੱਲ। ਇਸੇ ਤਰ੍ਹਾਂ ਵਿਦਿਆ ਹਮੇਸ਼ਾ ਧਰਮ ਦੇ ਆਗੂ ਨੂੰ ਪੜ੍ਹਾਉਣੀ ਚਾਹੀਦੀ ਹੈ, ਧਰਮ ਦੇ ਆਗੂ ਨੂੰ ਪੜ੍ਹਨੀ ਚਾਹੀਦੀ ਹੈ। ਪਰ ਕਮਾਲ ਇਹ ਵੀ ਧਰਮ ਦਾ ਆਗੂ ਨਹੀਂ ਪੜ੍ਹ ਰਿਹਾ, ਬਾਣੀ ਆਮ ਪਬਲਿਕ ਜ਼ਿਆਦਾ ਪੜ੍ਹ ਰਹੀ ਹੈ। ਆਮ ਪਬਲਿਕ ਦੇ ਪੱਲੇ ਕੁਛ ਹੈ। ਆਮ ਪਬਲਿਕ ਵਾਲੇ ਸਿਆਣੀ ਹੈ, ਸੂਝੀ ਵਾਲੀ ਹੈ, ਸੂਝਵਾਨ ਹੈ, ਵਿਵੇਕ ਬੁੱਧੀ ਵਾਲੇ ਨੇ, ਨਿਮਰਤਾ ਵਾਲੇ ਨੇ, ਗੁਣਾਂ ਵਾਲੇ ਨੇ। ਆਗੂਆਂ ਦਾ ਬੁਰਾ ਹਾਲ ਹੈ। ਆ ਦੇਖੋ ਨਾ, ਕੋਈ ਰੇਪ ਕੇਸ ਚ ਫਸਿਆ ਹੋਇਆ, ਕੋਈ ਭ੍ਰਿਸ਼ਟਾਚਾਰ ਚ ਫਸਿਆ ਹੋਇਆ, ਕੋਈ ਜ਼ਮੀਨ ਜਾਇਦਾਦਾਂ ਦੇ ਕਬਜ਼ਿਆਂ ਚ ਫਸਿਆ, ਕੋਈ ਕਤਲ ਦੇ ਕੇਸਾਂ ਚ ਫਸਿਆ ਹੋਇਆ। ਹੱਦੂਗੀ ਵੀ ਆਗੂ ਇਹੋ ਜਿਹੇ ਹੁੰਦੇ ਨੇ। ਕੀ ਸਿੱਖਾਂਗੇ ਅਸੀਂ ਧਰਮ ਦਾ ਇਹਨਾਂ ਤੋਂ? ਕਿਉਂ ਪਬਲਿਕ ਦਾ ਭਰੋਸਾ ਉੱਠ ਰਿਹਾ? ਹਿੰਦੁਸਤਾਨ ਧਰਮ ਪੂਰੇ ਵਰਲਡ ਦਾ ਸਭ ਤੋਂ ਵੱਡਾ ਧਾਰਮਿਕ ਦੇਸ਼, ਸਭ ਤੋਂ ਵੱਧ ਕਰਪਸ਼ਨ, ਬੇਈਮਾਨੀ, ਛਲ ਕਪਟ, ਰੇਪ, ਭ੍ਰਿਸ਼ਟਾਚਾਰ, ਠੱਗੀਆਂ ਠੋਰੀਆਂ ਸਭ ਤੋਂ ਵੱਧ ਇੱਥੇ ਹੋ ਰਹੀਆਂ। ਕਿਉਂ ਹੋ ਰਹੀਆਂ? ਸਾਡੇ ਆਗੂਆਂ ਦੇ ਬੱਲੇ ਧਰਮ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ, ਆਓ ਜੀ ਸਰਬਜੀਤ ਸਿੰਘ ਜੀ। ਹਾਂਜੀ ਬਾਬਾ ਜੀ, ਇਹ ਕਹਿਣਾ ਸੀਗਾ ਵੀ ਮਤਲਬ ਜਿਹੜੇ ਕਾਮਨ ਮੈਨ ਨੇ, ਉਹਨਾਂ ਨੇ ਅੱਜ ਕੱਲ ਇੰਨਾ ਮਤਲਬ ਉਹਨਾਂ ਨੂੰ ਗਿਆਨ ਹੈ 15 ਸਾਲਾਂ ਦੇ ਮੁੰਡਿਆਂ ਮੂਹਰੇ ਵੱਡੇ ਵੱਡੇ ਪੰਡਤ ਕਹਿੰਦੇ ਕਹਿਲਾਉਂਦੇ ਬੋਲਦੇ ਨੇ, ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ। ਬੋਲਤੀ ਬੰਦ ਆਪੇ ਹੋਣੀ ਆ, ਉਹਨਾਂ ਦੇ ਪੱਲੇ ਹੈ ਹੀ ਕੁਛ ਨਹੀਂ। ਉਹਨਾਂ ਨੇ ਇਹ ਗੱਲ ਹੈ ਕੁਛ ਧਰਮ ਨਹੀਂ ਪੜ੍ਹਿਆ ਉਹਨਾਂ ਨੇ। ਉਹਨਾਂ ਨੇ ਸਿਰਫ ਜੰਤਰ ਮੰਤਰ ਜਾਂ ਚਾਰ ਕੁ ਸ਼ਬਦ ਯਾਦ ਕਰ ਲਏ, ਜਾਂ ਕੋਈ ਟੂਣੇ ਟੋਟ ਕੇ ਸਿੱਖੇ ਹੋਏ ਨੇ, ਜਾਂ ਤੁਹਾਨੂੰ ਕਿਸੇ ਤਰੀਕੇ ਨਾਲ ਡਰਾਇਆ ਧਮਕਾਇਆ ਹੋਇਆ। ਉਹ ਤਾਂ ਹੀ ਕਹਿੰਦੇ ਨੇ ਵੀ ਮਹਾਂਪੁਰਖਾਂ ਦੇ ਅੱਗੇ ਜਾ ਕੇ ਬੋਲਣਾ ਨਹੀਂ, ਨਮਸਕਾਰ ਕਰਕੇ ਚੁੱਪ ਕਰਕੇ ਬੈਠ ਜਾਓ। ਬੋਲਣਾ ਤਾਂ ਉਹਨੂੰ ਪਤਾ ਮਹਾਂਪੁਰਖ ਨੂੰ ਆਉਂਦੇ ਕੁਛ ਨਹੀਂ। ਜੇ ਬੋਲ ਪੇ ਪੰਗਾ ਪਊਗਾ, ਉਹ ਕਹਿੰਦੇ ਭਾਈ ਬੋਲਣਾ ਨਹੀਂ, ਮੱਥਾ ਟੇਕ ਕੇ ਆ ਜਾਓ। ਪ੍ਰੋਬਲਮ ਤਾਂ ਹੈ ਨਾ, ਪਿੱਛੇ ਮੋਨੋਪੋਲੀ ਕੀ ਚੱਲ ਰਹੀ ਹੈ ਸਮਝਣੀ ਪਏਗੀ। ਸਹੀ ਗੱਲ ਹੈ, ਕਿਉਂਕਿ ਦੇਖੋ ਜਿਹੜੀ ਗਿਆਨ ਹੈ ਹਮੇਸ਼ਾ ਵੱਧਦਾ ਰਹਿੰਦਾ। ਅੱਜ ਕੱਲ੍ਹ ਦਾ ਬੱਚਾ ਜੰਮਦਾ ਹੀ ਇੰਟੈਲੀਜੈਂਟ ਹੈ ਹਨਾ। ਬੱਚੇ ਸਾਡੇ ਕੰਪਿਊਟਰਾਈਜ਼ਡ ਹੀ ਹੋ ਰਹੇ ਨੇ ਇੱਕ ਤਰ੍ਹਾਂ ਨਾਲ, ਉਹਨਾਂ ਨੂੰ ਸਾਡੇ ਨਾਲ ਵੱਧ ਗਿਆਨ ਹੈ, ਕਿਉਂਕਿ ਗਿਆਨ ਆਪਣੇ ਆਪ ਚ ਵੱਧਦਾ ਰਹਿੰਦਾ। ਇਸੇ ਕਰਕੇ ਇਸ ਵਿਕਾਸ ਵਿਕਾਸ ਹੁੰਦਾ ਕਦੇ ਨਾਲ ਬੌਧਿਕ ਲੈਵਲ ਦੇ ਵਿਕਾਸ ਹੈ ਸਾਡੇ ਦਾ, ਸਾਡੀ ਬੁੱਧੀ ਦਾ, ਸਾਡੇ ਮਾਈਂਡ ਦਾ ਵਿਕਾਸ ਹੋ ਰਿਹਾ, ਸਾਡੀ ਅਕਲ ਦਾ ਵਿਕਾਸ ਹੋ ਰਿਹਾ। ਉਸੇ ਤਰ੍ਹਾਂ ਸੰਸਾਰ ਚ ਹੋ ਰਿਹਾ। ਹੁਣ ਉਹ ਲੋਕ ਜਿਹੜੇ ਅਨਪੜ੍ਹ ਲੋਕਾਂ ਨੂੰ ਮਗਰ ਲਾ ਕੇ ਆਪਣਾ ਡੰਡਾ ਡੇਰਾ ਚਲਾ ਗਏ, ਪਰ ਹੁਣ ਜਿਹੜੀ ਹੋਣ ਵਾਲੀ ਪਨੀਰੀ ਹੈ ਉਹਨਾਂ ਦੇ ਮੂਹਰੇ ਉਹਨਾਂ ਦੀ ਚੱਲਦੀ ਨਹੀਂ। ਇਸੇ ਕਰਕੇ ਉਹ ਬਚਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਅੱਗੇ ਸਾਡੇ ਪੱਲੇ ਹੈ ਕੁਛ ਨਹੀਂ। ਉਹ ਕਹਿੰਦੇ ਭਾਈ ਮੱਥਾ ਟੇਕੋ ਤੇ ਬਸ ਬੈਠ ਕੇ ਚਲੇ ਜਾਓ। ਬਿਲਕੁਲ ਸਹੀ ਹੈ ਤੁਹਾਡਾ ਗੱਲ, ਬਿਲਕੁਲ। ਹਾਂਜੀ, ਹਾਂ ਬਾਜੀ ਫਤਿਹ ਜੀ। ਹਾਂਜੀ ਆਓ ਜੀ। ਆਪਾਂ ਥੋੜਾ ਕਲੀਅਰ ਕਰਨਾ ਸੀ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ। ਹਉਮੈ ਦਾ ਜਿਹੜਾ ਰੋਗ ਹੈ ਇਹ ਚੇਤਨ ਨੂੰ ਆ, ਤੇ ਮਾਇਆ ਜੜ ਰੂਪ ਆ। ਉਹ ਅੱਗੇ ਜਾ ਕੇ ਗੱਲ ਆਉਣੀ ਆ ਉਹਦੀ। ਬਾਬਾ ਜੀ ਤੁਸੀਂ ਹਲੇ ਇਸ ਲੈਵਲ ਦੀ ਗੱਲ ਨੂੰ ਸਮਝੋ, ਕਿੱਥੇ ਗੱਲ ਹੋ ਰਹੀ ਆ, ਉਹ ਅੱਗੇ ਜਾ ਕੇ ਹੋਣੀ ਆ ਗੱਲ।
ਤੁਹਾਡੇ ਲੈਵਲ ਤੋਂ ਉੱਪਰ ਦੀ ਤੁਹਾਡੇ ਲੈਵਲ ਤੋਂ ਥੱਲੇ ਆ। ਤੁਸੀਂ ਹੁਣ ਸਾਰਿਆਂ ਨੂੰ PhD ਵਾਲੇ ਨਾ ਸਮਝੋ ਜੇ ਤੁਸੀਂ ਹੈਗੇ ਹੋ। ਮੈਂ ਤਾਂ ਮਾਇਆ ਤਾਂ ਜੜ ਰੂਪ ਹੋਊਗੀ ਤੇ ਮਾਇਆ ਜਿਹੜੇ ਹਉਮੈ ਦਾ ਰੋਗ ਨੂੰ ਆ ਨਾ, ਉਹ ਹਾਂ ਇਹਨੂੰ ਹੀ ਆ, ਹਾਂ ਅੰਦਰਲੇ ਨੂੰ ਹੁੰਦੀ ਆ, ਹਾਂ ਅੰਦਰਲੇ ਨੂੰ ਹੁੰਦੀ ਆ। ਇਹ ਤੁਸੀਂ ਨਾਲੇ ਪਰਸਨਲ ਮੈਟਰ ਹੈ ਮੇਰੇ ਨਾਲ। ਹਉਮੈ ਦਾ ਕਾਰਨ ਆ ਜੀਵ ਦਾ, ਜਿਹੜਾ ਪਹਿਲਾ ਜਨਮ ਆ ਜੀਵ ਦਾ, ਪਹਿਲਾ ਜਿੱਥੋਂ ਸ਼ੁਰੂ ਹੋਇਆ ਉਹ ਹਉਮੈ ਕਰਕੇ ਹੋਇਆ। ਸੱਚਖੰਡ ਦੇ ਵਿੱਚ ਇਹਨੂੰ ਹਉ ਦਾ ਰੋਗ ਲੱਗਿਆ ਵੀ ਹਾਂ ਮੈਂ ਵੀ ਕੁਛ ਕਰ ਸਕਦਾ, ਜਾਵੇ ਜਾਣਾ ਮੈਂ ਕੁਛ ਕਰਤਾ, ਅਗਲਾ ਕਿ ਗਰਭ ਜਵਾਉਣਾ ਫਿਰਦਾ, ਉੱਥੋਂ ਗਰਭ ਜਵਾਉਣਾ ਸ਼ੁਰੂ ਹੋ ਗਈ। ਫਿਰ ਵੀ ਉੱਥੋਂ ਹੀ ਤਾਂ ਗੁਰੂ ਸਾਹਿਬ ਨੇ ਪੰਕਤੀ ਸ਼ੁਰੂ ਕੀਤੀ ਹੈ, ਸ਼ਬਦ ਉੱਥੇ ਹੀ ਸ਼ੁਰੂ ਹੈ ਨਾ, ਹਉ ਵਿੱਚ ਆਇਆ, ਹਉ ਵਿੱਚ ਗਿਆ। ਹਾਂ ਗੱਲ ਉੱਥੇ ਸ਼ੁਰੂ ਹੋਈ ਆ। ਉਹ ਚਾਰ ਪਹਿਲੇ, ਅੱਜ ਤੀਜੀ ਕਲਾਸ ਹੈ, ਉਹ ਪਹਿਲੀ ਕਲਾਸ ਚ ਸਿਰਫ ਪਹਿਲੀਆਂ 4 ਪੰਕਤੀਆਂ ਦੀ ਹੀ ਵਿਆਖਿਆ ਹੋਈ ਸੀ। ਤੁਸੀਂ ਉਸ ਦਿਨ ਆਏ ਨਹੀਂ ਸੀ ਸਾਡੇ ਨਾਲ, ਜੇ ਆਏ ਹੁੰਦੇ ਤੁਹਾਨੂੰ ਸਮਝ ਆ ਜਾਣੀ ਸੀ। ਜਾਂ ਉਹਨੂੰ ਵਿਆਖਿਆ ਨੂੰ ਸੁਣ ਦਿਓ, ਉਹ ਹੋ ਸਕਦਾ ਤੁਹਾਡਾ ਸ਼ੰਕਾ ਕਲੀਅਰ ਹੋ ਜਾਵੇ। ਹਾਂ ਉਹ ਉਸੇ ਕਰਕੇ ਹੀ ਆ, ਉਹ ਪਹਿਲੀਆਂ 2 ਕਲਾਸਾਂ ਸੁਣ ਲਿਓ, ਤੁਹਾਨੂੰ ਕਲੀਅਰ ਹੋ ਜਾਊਗਾ ਜੀ ਸਾਰਿਆਂ ਦਾ। ਤੇ ਮੈਂ ਬੇਨਤੀ ਕਰਦਾ ਪਰਸੋਂ ਦੇ ਦੀਵਾਨ ਚ, ਪਰਸੋਂ ਦੀ ਕਲਾਸ ਬੰਦ ਰਹੇਗੀ, ਪਰਸੋਂ ਨਹੀਂ ਆਪਾਂ ਮਿਲ ਪਾਵਾਂਗੇ, ਜੁੜ ਪਾਵਾਂਗੇ। ਪਰਸੋਂ ਨੂੰ ਅਸੀਂ ਬਾਹਰ ਜਾਣਾ ਪ੍ਰੋਗਰਾਮ ਤੇ ਬਾਕੀ 3 ਨੰਬਰ ਮੇਰੇ ਕੋਲ ਆਏ ਨੇ, ਇਹ ਮੈਂ ਐਡ ਕਰ ਲਵਾਂਗਾ ਜੀ। 7 ਇਹ ਨੰਬਰ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਹੁੰਦਾ ਮੈਂ ਫਿਰ ਬੇਨਤੀ ਕਰਦਾ ਬਾਰ-ਬਾਰ ਵੀ ਜ਼ਰੂਰ ਸਾਂਝਾ ਕਰਿਆ ਕਰੋ, ਤਾਂ ਕਿ ਕਿਉਂਕਿ ਸਾਰੀਆਂ ਗੱਲਾਂ ਇੱਕੋ ਬੰਦੇ ਦੇ ਅੰਦਰ ਨਹੀਂ ਆ ਸਕਦੀਆਂ ਹੈਗੀਆਂ, ਜਾਂ ਕੋਈ ਵਾਧ ਘਾਟ ਵੀ ਹੋ ਜਾਂਦੀ ਹੈ। ਤੋ ਸੁਝਾਅ ਵੀ ਦਿਆ ਕਰੋ, ਸ਼ੰਕੇ ਵੀ ਨਿਵਰਤ ਕਰਿਆ ਕਰੋ, ਤੇ ਆਪਣੇ ਸਵਾਲ ਜਵਾਬ ਸਾਂਝੇ ਕਰਦੇ ਰਿਹਾ ਕਰੋ, ਤਾਂ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਰਲ ਕੇ ਆਪਾਂ ਕੁਛ ਨਾ ਕੁਛ ਵਧੀਕ ਸਿੱਖ ਸਕੀਏ, ਜਾਣ ਸਕੀਏ, ਸਮਝ ਸਕੀਏ। ਸਾਡੇ ਨਾਲ ਕੈਨੇਡਾ ਤੋਂ ਸੰਗਤ ਜੁੜੀ ਹੋਈ ਹੈ, ਰੂਪੀ ਕਲਾਰ ਭੈਣ ਜੀ, ਸੌਰੀ ਇੰਗਲੈਂਡ ਤੋਂ, UK ਤੋਂ, ਤੇ ਕੈਨੇਡਾ ਤੋਂ ਭੈਣ ਜੀ ਹੁਣੀ ਆਏ ਨੇ ਆਈਫੋਨ ਦੇ ਉੱਪਰ, ਤੇ ਜਗਰਾਉਂ ਤੋਂ ਨਵੇਂ ਵੀਰ ਜੀ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ। ਬਾਕੀ ਤਕਰੀਬਨ ਸਾਰੀ ਆਪਣਾ ਲੋਕਲ ਸੰਗਤ ਹੈਗੀ ਹੈ ਜੀ, ਇਸੇ ਤਰ੍ਹਾਂ ਜੁੜੇ ਰਹੋ। ਤੇ ਇੱਕ ਬੇਨਤੀ ਹੈ, 9:15 ਆਪਾਂ ਨੇ 9:15 ਰਾਈਟ ਕਲਾਸ ਸ਼ੁਰੂ ਕਰ ਦਿੰਦੇ ਹਾਂ, ਪਰ ਸੰਗਤ ਹੁਣ ਜ਼ਿਆਦਾਤਰ 8:30 ਤਕਰੀਬਨ ਹੁੰਦੇ ਆ, ਉਹ 15 ਮਿੰਟ ਫਿਰ ਆਪਣੇ ਵੇਸਟ ਹੋ ਜਾਂਦੇ ਨੇ। ਕਿਉਂਕਿ ਜਦੋਂ ਅਸੀਂ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ 15 ਕੁ ਸੱਜਣ ਹੋ ਜਾਣ ਉਦੋਂ ਕਲਾਸ ਸ਼ੁਰੂ ਕਰੀ। ਬੇਨਤੀ ਵੀ 9:15 ਵਜੇ ਰਾਈਟ ਤੁਸੀਂ ਸਾਰੇ ਜੁੜ ਜਾਇਆ ਕਰੋ, ਠੀਕ ਹੈ ਜੀ। ਹਾਂਜੀ ਪਰਮਜੀਤ ਸਿੰਘ ਵੀਰ ਜੀ। ਹਾਂਜੀ, ਇਸ ਤਰ੍ਹਾਂ ਹੋਇਆ ਜੀ, ਮੈਂ ਇਹ ਪੁੱਛਣਾ ਸੀ, ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਅਸ਼ਟਪਦੀਆਂ ਵਿੱਚ ਅਲੱਗ-ਅਲੱਗ ਗੱਲ ਚੱਲਦੀ ਹੈ, ਜਿਵੇਂ ਸੰਤ ਦੀ ਚੱਲਦੀ ਆ, ਤੇ ਆਪਣਾ ਟਿਫਨ ਪਦੇ ਵੀ ਕਿੰਨੀ ਤਰ੍ਹਾਂ ਦੀ ਚੱਲਦੀ ਹੈ, ਹਨਾ ਜੀ। ਹਾਂਜੀ ਹਾਂਜੀ। ਇਹਦੇ ਵਿੱਚ ਜਿਹੜੀ ਮੈਨੂੰ ਆਸਾ ਦੀ ਵਾਰ ਦੀ ਮਤਲਬ ਪਾਠ ਦੀ ਪਤਾ ਨਹੀਂ ਬਹੁਤਾ, ਇਹਦੇ ਵਿੱਚ ਮੈਂ ਕਹਿੰਦਾ ਵੀ ਜਿਵੇਂ ਹੋਮ ਬਾਰੇ ਗੱਲ ਚੱਲ ਰਹੀ ਵੀ ਹੋਮ ਤੇ ਵਿਕਾਰ ਹੋਵੇ, ਹਨਾ ਜੀ। ਹਾਂਜੀ, ਤੇ ਇਹ ਇਕੱਲੀ ਵਿਕਾਰ ਬਾਰੇ ਹੋ ਰਹੀ ਹੈ ਕਿ ਜਿਹੜੇ ਬਾਕੀ ਦੇ ਵਿਕਾਰ ਉਹਨਾਂ ਬਾਰੇ ਵੀ ਗੱਲ ਹੋ ਰਹੀ ਨਹੀਂ, ਇਕੱਲੀ ਇਹ ਇਸ ਤਰ੍ਹਾਂ ਕਹਿ ਸਕਦੇ ਆਪਾਂ ਇਹਨੂੰ। ਦੇਖੋ ਹੋਣ ਦੀ ਗੱਲ ਹੋ ਰਹੀ ਆ, ਇਹ ਜਿਹੜੀ ਸਾਰੀ ਜੜ ਆ ਨਾ, ਜਿਵੇਂ ਕਹਿੰਦੇ ਪੁਆੜੇ ਦੀ ਜੜ, ਕਿਤੇ ਲੜਾਈ ਹੋ ਜਾਂਦੀ ਸੀ, ਕਹਿੰਦੇ ਪੁਆੜੇ ਦੀ ਜੜ ਹੈ, ਇੱਥੇ ਹੁਣ ਗੱਲ ਜੜ ਦੀ ਹੋ ਰਹੀ ਹੈ। ਹਾਂਜੀ, ਕਿਉਂਕਿ ਹੁਣ ਜਿਹੜੀ ਰਵਿੰਦਰ ਸਿੰਘ ਜੀ ਗੱਲ ਕਰਕੇ ਗਏ ਨੇ, ਆਪਾਂ ਪਹਿਲੀ ਕਲਾਸ 'ਚ ਸ਼ਾਇਦ ਕੀਤੀ ਵੀ ਸੀ ਗੱਲ, ਉਹ ਵੀ ਜਦ ਜਨਮ ਮੈਂ ਕਿਛ ਕਰਤਾ, ਇਹ ਜਨਮੇ ਤਾਂ ਹੋਇਆ। ਜਨਮ ਦੇਖੋ, ਜਿਹੜਾ ਜਨਮ ਲੈ ਕੇ ਸੰਸਾਰ 'ਚ ਆ ਗਿਆ, ਸਾਰੀਆਂ ਪ੍ਰੋਬਲਮਸ ਉਹਦੇ ਵਾਸਤੇ ਨੇ ਨਾ, ਜਿਹੜਾ ਬਾਹਰ ਬੈਠਾ, ਜਿਹੜਾ ਜਨਮ 'ਚ ਆਇਆ ਹੀ ਨਹੀਂ, ਉਹਦੇ ਵਾਸਤੇ ਤਾਂ ਕੋਈ ਸਮੱਸਿਆ ਨਹੀਂ। ਸੰਸਾਰ ਕੀ ਹੈ? ਮਾਇਆ। ਸੰਸਾਰ ਵਿਖਿਆ ਕੂਪ, ਜ਼ਹਿਰ ਦਾ ਖੂਹ ਹੈ, ਬਾਣੀ ਮੰਨਦੀ ਇਹਨੂੰ। ਤੇ ਜਦੋਂ ਅਸੀਂ ਸੰਸਾਰ 'ਚ ਆ ਗਏ, ਸਰੀਰ ਧਾਰ ਲਿਆ, ਉਹ ਕਿਉਂ ਧਾਰਿਆ? ਕਹਿੰਦੇ ਹੋਂ ਕਰਕੇ। ਇਹ ਤੋਂ ਬਾਅਦ ਕਾਮ ਵੀ ਇਹ ਤੋਂ ਬਾਅਦ ਹੈ, ਕ੍ਰੋਧ ਵੀ ਇਹ ਤੋਂ ਬਾਅਦ ਹੈ, ਲੋਭ ਮੋਹ, ਹਨਾ। ਫਿਰ ਅੱਗੇ ਇਹਨਾਂ ਦੀ ਅੱਗੇ ਫੌਜ ਹੈ ਜਿਹੜੀ ਸਾਰੀ ਤਕੜੀ, ਫਿਰ ਬੇਈਮਾਨੀ, ਛਾਲ, ਵਿਕਾਰਾਂ ਦੀ ਮਾਂ ਹੋ ਗਈ ਫਿਰ ਇਹ। ਹਾਂ ਬਿਲਕੁਲ, ਮੈਂ ਤਾਂ ਹੀ ਬੇਨਤੀ ਕੀਤੀ ਸੀ, ਸਭ ਤੋਂ ਖਤਰਨਾਕ ਰੋਗ ਹਉਮੈ ਰੋਗ ਮਾਨੁਖ ਕੋ ਦੀਨਾ। ਦੇਖੋ ਕਾਮ ਦੀ ਇੱਕ ਲਿਮਟ ਹੈ, ਹਨਾ। 15 ਤੋਂ ਲੈ ਕੇ 30-40 ਸਾਲ ਤੱਕ ਨੋਰਮਲ ਹੈ। ਚਲੋ ਸਾਡਾ ਸੰਸਾਰ ਦੀ ਪਰਮੇਸ਼ਰ ਨੇ ਉਤਪਤੀ ਦਾ ਸਾਧਨ ਬਣਾਇਆ, 40-50 ਤੋਂ ਜਾ ਕੇ ਘਟ ਗਿਆ, ਅੱਗੇ ਖਤਮ ਹੋ ਗਿਆ। ਕ੍ਰੋਧ ਆ, ਉਹ ਵੀ ਕਿੰਨਾ ਕੁ ਚੱਲ ਜਾਂਦਾ, ਬੰਦਾ ਮੰਨ ਵੀ ਲੈਂਦਾ, ਉਹਦਾ ਪਤਾ ਵੀ ਲੱਗ ਜਾਂਦਾ, ਹਾਂਜੀ ਆ ਗਿਆ ਸੀ, ਚਲੋ ਮਾਫ਼ ਕਰ ਦਿਓ ਜੀ, ਗਲਤੀ ਹੋ ਗਈ ਨਾ। ਸਿਆਣੇ ਨੂੰ ਘੱਟ ਆਉਂਦਾ, ਬੱਚੇ ਨੂੰ ਘੱਟ ਆਉਂਦਾ। ਲੋਭ ਹੈ, ਲੋਭ ਵੀ ਇੱਕ ਸੀਮਾ ਜੀ ਚ ਕਿਸੇ ਦਾ ਘਟ ਜਾਂਦਾ। ਮੋਹ ਸਾਰਿਆਂ ਚ ਹੁੰਦਾ, ਕੁਦਰਤੀ ਹੈ, ਪਰ ਖਤਰਨਾਕ ਨਹੀਂ ਹੈਗੇ। ਇਹ ਇੰਨੇ ਖਤਰਨਾਕ ਨਹੀਂ। ਹੰਕਾਰ ਹੈ ਜਿਹੜਾ, ਇਹ ਖਤਰਨਾਕ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਖੀਰਲੇ ਸਵਾਸ ਤੱਕ ਚੱਲਦਾ ਹੈ। ਅਖੀਰਲੇ ਸਵਾਸ ਤੱਕ ਪਹਿਲੇ ਤੋਂ ਵੀ ਚੱਲੇ ਆ ਰਿਹਾ। ਜ਼ਿਆਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਸਾਰੀ ਜੜ ਇਹੀ ਆ, ਅਸਲ ਚ ਬਾਕੀਆਂ ਦੀ ਮਾਂ ਹੈ ਸਾਰਿਆਂ ਦੀ।
ਮੈਨੂੰ ਲੱਗਦਾ ਦੂਜੇ ਜ਼ਿਆਦਾ ਧਿਆਨ ਇਹਦੇ ਤੇ ਦਬਾਇਆ ਗਿਆ ਸਾਡਾ। ਠੀਕ ਹੈ ਜੀ, ਮੈਨੂੰ ਲੱਗਦਾ ਵੀ ਜਿਹੜਾ ਲੋਭ ਆ ਉਹ ਵੀ ਬਹੁਤ ਹੀ ਖਤਰਨਾਕ ਰੂਪ ਆ, ਕਿਉਂਕਿ ਜਿਹੜਾ ਹੰਕਾਰੀ ਬੰਦਾ ਹੁੰਦਾ ਉਹ ਗੁੱਸੇ ਚ ਆਉਂਦਾ ਤੇ ਹੰਕਾਰ ਉਹਦਾ ਬਿਨਾਂ ਬੋਲੇ ਹੀ ਦਿਖ ਜਾਂਦਾ, ਉਹ ਹਰ ਟਾਈਮ ਚੜ੍ਹਨਾ ਦਿਨ ਰਾਤ ਉਹ ਦਿਖ ਜਾਂਦਾ। ਜਿਹੜਾ ਲੋਭੀ ਬੰਦਾ ਹੁੰਦਾ ਉਹ ਇੰਨਾ ਮਤਲਬ ਖਤਰਨਾਕ ਹੁੰਦਾ, ਉਹਦੀ ਜ਼ੁਬਾਨ ਦੇ ਉੱਪਰ ਹਮੇਸ਼ਾ ਮਤਲਬ ਵਡਿਆਈ ਹੋਊਗੀ, ਉਹ ਲਿਪਟ ਕੇ ਝੂਠ ਨੂੰ ਲਿਪਟਾ ਕੇ ਆਪਣੀ ਖੁਸ਼ਾਮਦ ਕਰੇਗਾ, ਉਹ ਵੀ ਬਹੁਤ ਖਤਰਨਾਕ ਰੂਪ ਆ ਮੇਰੇ ਹਿਸਾਬ ਨਾਲ। ਇਸ ਤੋਂ ਬਾਅਦ ਖਤਰਨਾਕ ਤਾਂ ਦੇਖੋ ਸਾਰੇ ਹੀ ਹੁੰਦੇ ਨੇ ਹਨਾ, ਪਰ ਉਹ ਗੱਲ ਇਹ ਵੀ ਇੱਕ ਦੂਜੀ ਗੱਲ ਇਹ ਹੁੰਦੀ ਵੀ ਹਰੇਕ ਬੰਦੇ 'ਚ ਨਾ ਕੋਈ ਇੱਕ ਵਿਕਾਰ ਜ਼ਿਆਦਾ ਭਾਰੂ ਹੁੰਦਾ। ਹਰੇਕ ਹੁਣ ਉਹਦਾ ਸਾਡੇ 'ਚ ਸਾਰੇ ਨੇ, ਪਰ ਇੱਕ ਹਮੇਸ਼ਾ ਭਾਰੂ ਹੋਊਗਾ, ਉਹ ਇੱਕੋ ਹੀ ਬੰਦੇ ਨੂੰ ਲੈ ਡੁੱਬਦਾ ਕਈ ਵਾਰੀ। ਬਿਲਕੁਲ ਇਸੇ ਤਰ੍ਹਾਂ ਦੂਜਾ ਪੱਖ ਕੀ ਹੈ, ਕੋਈ ਇੱਕ ਗੁਣ ਸਾਡੇ 'ਚ ਏਦਾਂ ਉਹਦਾ ਹੋਊਗਾ, ਹਰੇਕ 'ਚ ਹੁੰਦਾ ਇੱਕ ਗੁਣ, ਉਹਦੀ ਪਛਾਣ ਜਿਹਨੂੰ ਹੋ ਗਈ ਉਹ ਉਸ ਗੁਣ ਦੇ ਸਹਾਰੇ ਹੀ ਛਾ ਵੀ ਜਾਂਦਾ ਦੁਨੀਆ 'ਚ, ਉਹਦਾ ਨਾਮ ਵੀ ਹੁੰਦਾ, ਉਹਨੂੰ ਵਡਿਆਈ ਮਾਣ ਤਾਣ ਵੀ ਮਿਲਦਾ, ਉਹ ਵੀ ਇੱਕ ਕੋਈ ਗੁਣ ਹਨਾ। ਫਿਰ ਇਹਨਾਂ ਨਾਲ ਕਹਿੰਦੇ ਆਰਟਸ ਹੁੰਦਾ ਹੈ, ਕੋਈ ਸਾਡੇ 'ਚ ਕੁਦਰਤੀ ਆ, ਪਰਮੇਸ਼ਰ ਨੇ ਜੋ ਵਿਧ ਬਣਾਈ ਹੋਈ ਹੈ ਸਾਰੇ ਸੰਸਾਰ ਦੀ। ਹਾਂਜੀ, ਜਿਵੇਂ ਵਿਕਾਰ ਫਿਰ 5 ਹੋ ਗਏ, ਤੇ ਫਿਰ ਇਹਦੇ ਓਪੋਜਿਟ ਨੇ ਜਿਹੜੇ ਚੰਗੇ ਨੇ ਗੁਣ ਨੇ ਉਹ ਕਿਹੜੇ ਨੇ, ਜਿਹੜੇ ਉਹ ਜਿਹੇ ਗੁਣ ਹੋਣਗੇ ਜਿਹੜੇ ਕੋਈ ਮੋਟੇ ਜੇ 4-5 ਜਿਵੇਂ ਕਿ ਜੇ ਹੁਣ ਉਦਾਂ ਤੇ ਹੁਣ ਜਿਹੜੀ ਅਸੀਂ ਧਰਮ ਦੇ ਨਾਂ ਤੇ ਅਸੀਂ ਕਰਦੇ ਹਾਂ ਗੱਲ, ਉਹਦੇ 'ਚ ਆ ਜਾਂਦਾ ਜੀ ਸੇਵਾ ਸਿਮਰਨ, ਦੋ ਤਾਂ ਪ੍ਰਮੁੱਖ ਹੀ ਚੱਲਦੇ ਨੇ। ਹਾਂਜੀ ਹਨਾ, ਠੀਕ ਹੈ। ਉਸ ਤੋਂ ਬਾਅਦ ਸਬਰ, ਸੰਤੋਖ, ਸਹਿਣਸ਼ੀਲਤਾ, ਇਹ 5 ਸੱਸੇ ਹੀ ਨੇ। ਸੇਵਾ ਸਿਮਰਨ, ਸਬਰ, ਸੰਤੋਖ, ਸਹਿਣਸ਼ੀਲਤਾ। ਫਿਰ ਅੱਗੇ ਵਧਾ ਜਿੰਨੇ ਮਰਜ਼ੀ ਲਓ। ਨਹੀਂ ਬਸ ਸਮਝ ਗਏ ਜੀ, ਮੈਨੂੰ ਇਹਨਾਂ ਦੀ ਵੀ ਅੱਗੇ ਫਿਰ ਦੇਖੋ, ਜੇ ਔਗਣਾਂ ਦਾ ਅੰਤ ਨਹੀਂ ਤਾਂ ਗੁਣਾਂ ਦਾ ਵੀ ਕੋਈ ਅੰਤ ਨਹੀਂ। ਦੁਬਾਰਾ ਬੰਦ ਹੋਊਗਾ ਜੀ, ਹੁਣ ਨੈਟ ਬੰਦ ਹੋ ਜਾਣਾ, ਲਾਈਟ ਹੁਣ ਇਸ਼ਾਰੇ ਦੇਣ ਲੱਗ ਗਈ ਆ, ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਤੇ ਪਰਸੋਂ ਨੂੰ ਆਪਾਂ ਛੁੱਟੀ ਰੱਖਾਂਗੇ। ਪਰਸੋਂ ਨੂੰ ਅਸੀਂ ਪਰਮਜੀਤ ਸਿੰਘ ਵੀਰ ਜੀ ਉਹਨਾਂ ਕੋਲ ਦਰਾਹੇ ਜਾ ਰਹੇ ਹਾਂ, ਦਰਸ਼ਨ ਕਰਾਂਗੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।